ਮੇਰੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ ਤੇ ਪਿਆਰੇ ਵਿਦਿਆਰਥੀਓ, ਆਪ ਸਭ ਦਾ ਅੱਜ ਦੇ ਇਸ ਲਾਈਵ ਲੈਕਚਰ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਬਲਜੀਤ ਸਿੰਘ। ਅੱਜ ਦੇ ਇਸ ਲਾਈਵ ਲੈਕਚਰ ਦੇ ਵਿੱਚ ਅਸੀਂ ਮੌਸਮੀਕਰਨ ਜੋ ਸਾਡਾ ਪਾਠ ਜਿਹੜਾ ਚੱਲਦਾ ਸੀਗਾ ਉਹਦੇ ਅਧੀਨ ਹੀ ਅਸੀਂ ਅਨਾਵਰਤੀਕਰਨ ਦੇ ਕਾਰਜਾਂ ਬਾਰੇ ਅਸੀਂ ਅੱਜ ਪੜ੍ਹਾਂਗੇ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਧਰਤੀ ਦੇ ਉੱਪਰ ਦੋ ਤਰ੍ਹਾਂ ਦੀਆਂ ਜਿਹੜੀਆਂ ਸ਼ਕਤੀਆਂ ਹਮੇਸ਼ਾ ਹੀ ਕਾਰਜਸ਼ੀਲ ਰਹਿੰਦੀਆਂ ਨੇ, ਇੱਕ ਅੰਦਰੂਨੀ ਤੇ ਇੱਕ ਬਾਹਰੀ। ਅੰਦਰੂਨੀ ਜਿਹੜੀਆਂ ਸ਼ਕਤੀਆਂ ਨੇ ਉਹ ਨਵੇਂ ਜਿਹੜੇ ਭੂ ਭਾਗ ਨੇ ਜਿਹੜੇ ਉਹ ਬਣਾਉਂਦੀਆਂ ਨੇ, ਤੇ ਜਿਹੜੀਆਂ ਬਾਹਰੀ ਸ਼ਕਤੀਆਂ ਨੇ ਉਹ ਨਾਲ ਦੀ ਨਾਲ ਉਹਨਾਂ ਨੂੰ ਖਤਮ ਕਰਦੀਆਂ ਨੇ ਜਾਂ ਕਹਿ ਦਿਓ ਵੀ ਪੂਰਾ ਕਰਦੀਆਂ ਨੇ। ਅੱਜ ਦੇ ਇਸ ਲਾਈਵ ਲੈਕਚਰ ਦੇ ਵਿੱਚ ਅਸੀਂ ਦਰਿਆ ਬਾਰੇ, ਦਰਿਆ ਦੇ ਅਨਾਵਰਤੀ ਕਾਰਜਾਂ ਬਾਰੇ ਅੱਜ ਅਸੀਂ ਪੜ੍ਹਾਂਗੇ। ਭਾਵ ਵੀ ਧਰਤੀ ਦੇ ਉੱਪਰ ਜਦੋਂ ਚਟਾਨਾਂ ਬਣੀਆਂ ਜਾਂ ਮੈਦਾਨ ਬਣੇ ਨੇ, ਉੱਚੇ ਨੀਵੇਂ ਭਾਗ ਬਣੇ ਨੇ, ਤਾਂ ਜਿਵੇਂ ਹੀ ਉਹ ਬਣੇ ਨੇ ਉੱਦਾਂ ਹੀ ਧਰਤੀ ਉਹਨਾਂ ਨੂੰ ਬਰਾਬਰ ਕਰਨ ਦੇ ਲਈ ਕਾਫੀ ਸਾਰੇ ਜਿਹੜੇ ਸਾਧਨ ਨੇ ਉਹਨਾਂ ਨੂੰ ਵੀ ਪੈਦਾ ਕਰ ਦਿੰਦੀ ਹੈ। ਤਾਂ ਜਿਹੜਾ ਦਰਿਆ ਵਾ ਉਹ ਉੱਚੇ ਪਹਾੜਾਂ ਨੂੰ ਨੀਵਾਂ ਕਰਦਾ, ਤੋੜਦਾ ਵਾ, ਭੋਰਦਾ ਵਾ, ਖੋਰਦਾ ਵਾ ਤੇ ਨੀਵੇਂ ਇਲਾਕਿਆਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਵਿਛਾਉਂਦਾ ਵਾ। ਤਾਂ ਅੱਜ ਦੇ ਇਸ ਲਾਈਵ ਲੈਕਚਰ ਦੇ ਵਿੱਚ ਅਸੀਂ ਬਹੁਤ ਡਿਟੇਲ ਦੇ ਵਿੱਚ ਸਮਝਾਂਗੇ ਦਰਿਆ ਉਹ ਕਿਹੜੇ ਕਾਰਜ ਨੇ ਜਿਹੜੇ ਦਰਿਆ ਪੂਰਾ ਕਰਦਾ। ਅਨਾਵਰਤੀਕਰਨ ਦੇ ਕਾਰਜਾਂ ਦੇ ਵਿੱਚ ਆਪਾਂ ਨੇ ਪਹਿਲਾਂ ਹੀ ਸਮਝਿਆ ਹੋਇਆ ਵਾ ਵੀ ਹਵਾ ਤੇ ਪਾਣੀ ਦੋਨੋਂ ਹੀ ਮੇਨ ਨੇ ਜਾਂ ਕਹਿ ਦਿਓ ਵੀ ਸਰਵ ਵਿਆਪਕ ਨੇ। ਪਰ ਜੇਕਰ ਅਸੀਂ ਪਾਵਰ ਦੀ ਗੱਲ ਕਰੀਏ ਜਾਂ ਕਹਿ ਦਈਏ ਵੀ ਜਿਹਦੇ 'ਚ ਜ਼ੋਰ ਜ਼ਿਆਦਾ ਹੈ, ਤਾਂ ਫਿਰ ਪਾਣੀ ਦੇ ਵਿੱਚ ਜ਼ੋਰ ਆ ਜਿਹੜਾ ਉਹ ਹਵਾ ਦੇ ਮੁਕਾਬਲੇ ਜ਼ਿਆਦਾ ਵਾ। ਤਾਂ ਜਿਹੜਾ ਦਰਿਆ ਸ਼ਬਦ ਜਾਂ ਕਹਿ ਦਿਓ ਰਿਵਰ, ਇਹਦਾ ਸਟਾਰਟਿੰਗ ਕਿੱਥੋਂ ਹੁੰਦੀ ਆ ਇਹਦੇ ਬਾਰੇ ਵੀ ਆਪਾਂ ਸਮਝਾਂਗੇ। ਉੱਚੇ ਪਹਾੜਾਂ ਦੇ ਵਿੱਚ ਜਦੋਂ ਬਰਫ਼ ਖੁਰਦੀ ਹੈ ਤੇ ਨਾਲ ਦੀ ਨਾਲ ਮੀਂਹ ਦਾ ਜਿਹੜਾ ਪਾਣੀ ਆ ਉਹ ਇੱਕ ਧਾਰਾ ਦੇ ਰੂਪ ਦੇ ਵਿੱਚ ਉੱਚੇ ਇਲਾਕਿਆਂ ਤੋਂ ਨੀਵੇਂ ਇਲਾਕਿਆਂ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਚੱਲਦਾ ਵਾ। ਪਿਆਰੇ ਵਿਦਿਆਰਥੀਓ, ਧਰਤੀ ਦੀ ਗਰੂਰਤਾਖੇਜ ਸ਼ਕਤੀ ਕਰਕੇ ਜਿਹੜਾ ਪਾਣੀ ਆ ਉਹ ਉੱਚੇ ਇਲਾਕਿਆਂ ਤੋਂ ਨੀਵੇਂ ਇਲਾਕਿਆਂ ਵੱਲ ਨੂੰ ਬੜੀ ਤੇਜ਼ ਗਤੀ ਦੇ ਨਾਲ ਚੱਲਦਾ ਵਾ। ਇਹ ਜਿਹੜਾ ਪਾਣੀ ਆ, ਕਿਹੜੇ ਪਾਣੀ ਦੀ ਆਪਾਂ ਨੇ ਗੱਲ ਕੀਤੀ ਸੀਗੀ? ਇੱਕ ਤਾਂ ਬਰਫ਼ ਦੇ ਖੁਰਨ ਦੇ ਨਾਲ ਤੇ ਦੂਸਰਾ ਮੀਂਹ ਪੈਣ ਦੇ ਨਾਲ। ਦੋ ਤਰ੍ਹਾਂ ਦਾ ਪਾਣੀ ਹੈ ਜਿਹੜਾ ਉਹ ਜਦੋਂ ਉੱਚੇ ਇਲਾਕਿਆਂ ਤੋਂ ਨੀਵੇਂ ਇਲਾਕਿਆਂ ਵੱਲ ਨੂੰ ਚੱਲਦਾ, ਪਹਾੜਾਂ ਤੋਂ ਮੈਦਾਨਾਂ ਵੱਲ ਨੂੰ ਚੱਲਦਾ, ਤਾਂ ਕੁਛ ਪਾਣੀ ਹੈ ਜਿਹੜਾ ਧਰਤੀ ਵੱਲੋਂ ਸੋਕ ਲਿਆ ਜਾਂਦਾ ਤੇ ਬਹੁਤਾ ਪਾਣੀ ਹੈ ਜਿਹੜਾ ਇੱਕ ਧਾਰਾ ਦੇ ਰੂਪ ਦੇ ਵਿੱਚ ਉਹ ਬੜੀ ਤੇਜ਼ੀ ਦੇ ਨਾਲ ਪਹਾੜਾਂ ਤੋਂ ਸਮੁੰਦਰ ਵੱਲ ਦਾ ਜਿਹੜਾ ਸਫ਼ਰ ਆਪਣਾ ਉਹ ਸ਼ੁਰੂ ਕਰ ਲੈਂਦਾ। ਹੁਣ ਆਪਾਂ ਇਹ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਪਾਣੀ ਦੇ ਵਿੱਚ ਜਿਹੜੀ ਪਾਵਰ ਬਹੁਤ ਜ਼ਿਆਦਾ ਹੁੰਦੀ ਆ ਤੇ ਪਹਾੜਾਂ ਦੇ ਵਿੱਚ ਪਾਣੀ ਦੀ ਜਿਹੜੀ ਰਫ਼ਤਾਰ ਆ ਉਹ ਤੇਜ਼ ਹੁੰਦੀ ਆ ਤੇ ਤੋੜਨ ਫੋੜਨ ਦੀ ਜਿਹੜੀ ਕਿਰਿਆ ਹੈ ਉਹ ਵੀ ਜ਼ਿਆਦਾ ਹੁੰਦੀ ਆ। ਤੇ ਇਸ ਦੇ ਨਾਲ ਹੀ ਜਿਹੜੀ ਕਹਿ ਦਿਓ ਵੀ ਪਹਾੜਾਂ ਨੂੰ ਤੋੜਨ ਦੀ ਜਿਹੜੀ ਕਿਰਿਆ ਵਾ ਉਹ ਦਰਿਆ ਦੇ ਸ਼ੁਰੂ ਹੁੰਦੇ ਸਾਰੇ ਸਟਾਰਟ ਹੋ ਜਾਂਦੀ ਹੈ। ਨੈਕਸਟ ਅਸੀਂ ਸਮਝਾਂਗੇ ਵੀ ਦਰਿਆ ਜਾਂ ਜਿਹੜਾ ਪਹਾੜਾਂ ਦੇ ਵਿੱਚ ਜਦੋਂ ਦਰਿਆ ਦੀ ਸ਼ੁਰੂਆਤ ਹੁੰਦੀ ਆ ਤਾਂ ਜਿਹੜਾ ਉਹਦਾ ਓਰੀਜਨ ਪੁਆਇੰਟ ਆ, ਸਰੋਤ ਬਿੰਦੂ ਆ, ਸਰੋਤ ਥਾਂ ਵਾ ਜਿੱਥੋਂ ਜਿਹੜਾ ਦਰਿਆ ਸ਼ੁਰੂ ਹੋਇਆ, ਉਹ ਕਿਸ ਤਰੀਕੇ ਦੇ ਨਾਲ ਆਪਣਾ ਜਿਹੜਾ ਜੀਵਨ ਆ ਉਹ ਸ਼ੁਰੂ ਕਰਦਾ ਵਾ। ਜਿੱਦਾਂ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਵੀ ਬਰਫ਼ ਖੁਰਦੀ ਆ ਤਾਂ ਦਰਿਆ ਦਾ ਜਨਮ ਹੁੰਦਾ, ਜਾਂ ਮੀਂਹ ਪੈਂਦਾ ਪਹਾੜਾਂ ਦੇ ਉੱਪਰ ਉਦੋਂ ਦਰਿਆ ਦਾ ਜਿਹੜਾ ਜਨਮ ਹੁੰਦਾ। ਪਰ ਇੱਥੇ ਆਪਾਂ ਇਹ ਕਹਾਂਗੇ ਵੀ ਦੋ ਤਰ੍ਹਾਂ ਦੇ ਦਰਿਆ ਹੁੰਦੇ ਨੇ। ਇੱਕ ਉਹ ਦਰਿਆ ਜਿਹੜੇ ਸਾਰਾ ਸਾਲ ਚੱਲਦੇ ਆ, ਇੱਕ ਉਹ ਦਰਿਆ ਜਿਹੜੇ ਇੱਕ ਸੀਜ਼ਨਲ ਜਾਂ ਕਹਿ ਦਿਓ ਵੀ ਮੀਂਹ ਪਏ ਤੇ ਚੱਲਦੇ ਆ। ਇੱਕ ਉਹ ਦਰਿਆ ਹੋ ਗਏ ਜਿਨ੍ਹਾਂ ਦੇ ਵਿੱਚ ਸਾਰਾ ਸਾਲ ਇਹ ਪਾਣੀ ਆਈ ਜਾਂਦਾ, ਤੇ ਇੱਕ ਉਹ ਦਰਿਆ ਨੇ ਜਿਹੜੇ ਸਿਰਫ ਮੀਂਹ ਦੇ ਮੌਸਮ ਦੇ ਵਿੱਚ ਚੱਲਦੇ ਆ ਤੇ ਆਮ ਦਿਨਾਂ ਦੇ ਵਿੱਚ ਉਹਨਾਂ 'ਚ ਪਾਣੀ ਹੈ ਜਿਹੜਾ ਨਹੀਂ ਆਉਂਦਾ। ਤਾਂ ਇੱਥੇ ਆਪਾਂ ਇਹ ਸਮਝਾਂਗੇ ਜਿੱਦਾਂ ਸਾਡੀ ਬਹੁਤ ਪਵਿੱਤਰ ਨਦੀ ਇੰਡੀਆ ਦੀ ਗੰਗਾ ਨਦੀ ਆ। ਗੰਗਾ ਨਦੀ ਦਾ ਜਿਹੜਾ ਸਰੋਤ ਪੁਆਇੰਟ ਹੈਗਾ ਵਾ ਉਹ ਹੈਗਾ ਗੰਗੋਤਰੀ ਗਲੇਸ਼ੀਅਰ ਉੱਤਰਾਖੰਡ ਦੇ ਵਿੱਚ। ਉੱਤਰਾਖੰਡ ਦੇ ਵਿੱਚ ਗੰਗੋਤਰੀ ਗਲੇਸ਼ੀਅਰ ਹੈ ਜਿਹੜਾ, ਉਹਦੀ ਬਰਫ਼ ਜਦੋਂ ਖੁਰਦੀ ਆ ਤਾਂ ਉੱਥੋਂ ਇੱਕ ਜਿਹੜੀ ਨਦੀ ਆ ਉਹ ਜਨਮ ਲੈਂਦੀ ਆ, ਜਿਹਨੂੰ ਅਸੀਂ ਗੰਗਾ ਨਦੀ ਦੇ ਨਾਮ ਦੇ ਨਾਲ ਜਾਣਦੇ ਹਾਂ, ਪੂਜਦੇ ਹਾਂ, ਕਿਉਂਕਿ ਗੰਗਾ ਨਦੀ ਨੇ ਬਹੁਤ ਵੱਡੇ ਵਿਸ਼ਾਲ ਮੈਦਾਨ ਸਾਨੂੰ ਦਿੱਤੇ ਆ ਤੇ ਇਹਨਾਂ ਵਿਸ਼ਾਲ ਮੈਦਾਨਾਂ ਦੇ ਵਿੱਚ ਹੀ ਵੱਡੇ ਰਾਜ ਨੇ ਜਿਨ੍ਹਾਂ ਦੀ ਜਨਸੰਖਿਆ ਬਹੁਤ ਜ਼ਿਆਦਾ ਆ। ਤਾਂ ਹੁਣ ਜਿਹੜੇ ਇਹ
ਜਿਹੜੇ ਮੈਦਾਨ ਇਹ ਬਣੇ, ਗੰਗਾ ਨਦੀ ਨੇ ਬਣਾਏ, ਇਹ ਪਹਾੜਾਂ ਤੋਂ ਜਿਹੜੀ ਮਿੱਟੀ ਲਿਆ ਕੇ ਵਿਛਾਏ ਆ ਤਾਂ ਹੀ ਬਣੇ ਨੇ ਨਾ। ਤਾਂ ਆਪਾਂ ਇੱਥੇ ਇਹ ਸਮਝ ਰਹੇ ਹਾਂ ਵੀ ਜਿਹੜੇ ਦਰਿਆ ਨੇ ਉਹ ਜਦੋਂ ਸ਼ੁਰੂ ਹੁੰਦੇ ਆ ਤਾਂ ਜਿੰਨਾ ਵੱਡਾ ਦਰਿਆ ਅਸੀਂ ਮੈਦਾਨਾਂ ਦੇ ਵਿੱਚ ਦੇਖਦੇ ਹਾਂ ਇੰਨਾ ਵੱਡਾ ਏਰੀਆ ਨਹੀਂ ਹੁੰਦਾ, ਭਾਵ ਛੋਟੀਆਂ-ਛੋਟੀਆਂ ਖਾਲੀਆਂ ਦੇ ਰੂਪ ਦੇ ਵਿੱਚ ਜਿਹੜੇ ਦਰਿਆ ਨੇ ਪਹਾੜਾਂ ਦੇ ਉੱਪਰ ਸ਼ੁਰੂ ਹੁੰਦੇ ਆ। ਜਿਵੇਂ ਤੁਸੀਂ ਦੇਖ ਪਾ ਰਹੇ ਹੋ ਵੀ ਪਹਾੜਾਂ ਦੇ ਉੱਪਰ ਇੱਕ ਪਹਾੜ ਦੇ ਉੱਪਰ ਕਿੰਨੀਆਂ ਹੀ ਛੋਟੀਆਂ ਖਾਲੀਆਂ ਹੋਣਗੀਆਂ, ਨਾਲੀਆਂ ਹੋਣਗੀਆਂ, ਜਿਨ੍ਹਾਂ ਦੇ ਰਾਹੀਂ ਪਾਣੀ ਆ ਜਿਹੜਾ ਉੱਪਰਲੇ ਇਲਾਕਿਆਂ ਤੋਂ ਨੀਵਲੇ ਇਲਾਕਿਆਂ ਵੱਲ ਨੂੰ ਆ ਰਿਹਾ ਵਾ। ਅਤੇ ਅੱਗੇ ਇਹ ਕਿਸੇ ਕਾਮਨ ਥਾਂ 'ਤੇ ਇਕੱਠੇ ਹੋਈ ਜਾਂਦੇ ਨੇ, ਜਿਵੇਂ ਇਕੱਠੇ ਹੋਈ ਜਾਂਦੇ ਨੇ ਉਵੇਂ ਜਿਹੜਾ ਦਰਿਆ ਵਾ ਉਹਦੇ ਵਿੱਚ ਪਾਣੀ ਦੀ ਮਾਤਰਾ ਕੀ ਕਰਦੀ ਆ, ਵੱਧਦੀ ਚਲੇ ਜਾਂਦੀ ਆ। ਤਾਂ ਆਪਾਂ ਇਹਨਾਂ ਛੋਟੀਆਂ ਖਾਲੀਆਂ ਨੂੰ, ਛੋਟੀਆਂ ਨਾਲੀਆਂ ਨੂੰ ਕੀ ਕਹਾਂਗੇ? ਸਹਾਇਕ ਨਦੀਆਂ ਕਹਾਂਗੇ। ਸਹਾਇਕ ਨਦੀਆਂ ਪਹਾੜਾਂ ਦੇ ਵਿੱਚ ਬਹੁਤ ਸਾਰੀਆਂ ਸਹਾਇਕ ਨਦੀਆਂ ਨੇ ਜਿਹੜੀਆਂ ਮੇਨ ਦਰਿਆਵਾਂ ਨੂੰ ਜਿਹੜੀਆਂ ਪਾਣੀ ਮੁਹੱਈਆ ਕਰਵਾਉਂਦੀਆਂ ਨੇ। ਇਹਨਾਂ ਨੂੰ ਅਸੀਂ ਟ੍ਰਿਬਿਊਟਰੀਜ਼ ਵੀ ਕਹਿੰਦੇ ਹਾਂ। ਪਿਆਰੇ ਵਿਦਿਆਰਥੀਓ, ਅਸੀਂ ਇਹ ਵੀ ਜਾਣਾਂਗੇ ਵੀ ਦਰਿਆ ਆਪਣਾ ਰਸਤਾ ਆਪ ਤਿਆਰ ਕਰਦਾ। ਜਿੱਦਾਂ ਨਹਿਰਾਂ, ਸੂਏ ਨੇ ਜਿਹੜੇ ਉਹ ਸਰਕਾਰਾਂ ਆਪ ਬਣਵਾਉਂਦੀਆਂ ਨੇ, ਪਰ ਇੱਥੇ ਜਿਹੜੇ ਦਰਿਆ ਨੇ ਉਹ ਆਪਣਾ ਰਸਤਾ ਜਿਹੜਾ ਵਾ ਉਹ ਆਪ ਤਿਆਰ ਕਰਦੇ ਆਏ ਨੇ। ਦਰਿਆ ਆਪਣੇ ਰਸਤੇ ਨੂੰ ਦੋ ਤਰੀਕਿਆਂ ਦੇ ਨਾਲ ਕੱਢਦਾ ਹੈ। ਦਰਿਆ ਦੇ ਪਾਣੀ ਦੇ ਵਿੱਚ ਬਹੁਤ ਸਾਰੇ ਤਿੱਖੇ ਨੁਕੀਲੇ ਪੱਥਰ, ਕੰਕਰ, ਰੋੜੇ ਲਗਾਤਾਰ ਹੀ ਪਾਣੀ ਦੇ ਨਾਲ ਉੱਚੇ ਇਲਾਕਿਆਂ ਵੱਲ ਤੋਂ ਨੀਵੇਂ ਇਲਾਕਿਆਂ ਵੱਲ ਨੂੰ ਤੇਜ਼ੀ ਦੇ ਨਾਲ ਚੱਲਦੇ ਆ। ਹੁਣ ਜੇ ਤਾਂ ਇਕੱਲਾ ਸਾਫ਼ ਪਾਣੀ ਹੋਵੇ ਫਿਰ ਤਾਂ ਦਰਿਆ ਦਾ ਪਾਣੀ ਇੰਨਾ ਜ਼ਿਆਦਾ ਆਪਣੇ ਰਸਤੇ ਨੂੰ, ਆਪਣੇ ਫਰਸ਼ ਨੂੰ ਜ਼ਿਆਦਾ ਨੁਕਸਾਨ ਨਹੀਂ ਕਰੂਗਾ। ਪਰ ਜਦੋਂ ਵੱਡੇ ਪੱਥਰ, ਵੱਡੇ ਨੁਕੀਲੇ ਪੱਥਰ ਨੇ ਜਿਹੜੇ ਉਹ ਜਦੋਂ ਪਾਣੀ ਦੇ ਵਿੱਚ ਚੱਲਦੇ ਆ ਤਾਂ ਉਹ ਆਪਣੀ ਸਤਹ ਨੂੰ, ਆਪਣੇ ਫਰਸ਼ ਨੂੰ, ਆਪਣੇ ਰਾਹ ਨੂੰ ਕੱਟਦੇ ਆ ਅਤੇ ਦੋ ਤਰੀਕੇ ਦੇ ਨਾਲ ਕਹਿ ਦਿੰਦੇ ਆ ਵੀ ਦੋ ਤਰੀਕੇ ਦੇ ਨਾਲ ਉਹ ਇਹਨਾਂ ਨੂੰ ਦੋ ਰੂਪ ਦਿੰਦੇ ਆ। ਤਾਂ ਕਿਹੜੇ ਦੋ ਰੂਪ ਦਿੰਦੇ ਆ? ਇਹਦੇ 'ਚ ਪਹਿਲਾ ਹੈਗਾ, ਤੁਸੀਂ ਦੇਖ ਪਾ ਰਹੇ ਹੋ, ਇੱਕ ਹੈਗਾ ਵਰਟੀਕਲ ਇਰੋਜ਼ਨ ਅਤੇ ਦੂਸਰਾ ਹੈਗਾ ਲਿਟਰਲ। ਤਾਂ ਜਦੋਂ ਦਰਿਆ ਪਹਾੜਾਂ ਦੇ ਵਿੱਚ ਆ ਉਸ ਵੇਲੇ ਦਰਿਆ ਆਪਣੇ ਰਸਤੇ ਨੂੰ ਉੱਪਰੋਂ ਹੇਠਾਂ ਨੂੰ ਕੱਟ ਰਿਹਾ ਹੁੰਦਾ ਵਾ, ਆਪਣੇ ਰਸਤੇ ਨੂੰ ਡੂੰਘਾ ਕਰਦਾ, ਭਾਵ ਵੀ ਆਪਣੇ ਰਸਤੇ ਨੂੰ ਹੋਰ ਜ਼ਿਆਦਾ ਡੂੰਘਾ ਕਰੀ ਜਾਂਦਾ, ਕਿਉਂਕਿ ਜਿਹੜੀ ਪਾਣੀ ਦੀ ਰਫ਼ਤਾਰ ਆ ਉਹ ਬਹੁਤ ਤੇਜ਼ ਆ। ਜਿੱਦਾਂ ਆਪਾਂ ਕਿਸੇ ਲੱਕੜ ਨੂੰ ਆਰੀ ਦੇ ਨਾਲ ਕੱਟਦੇ ਹਾਂ ਤਾਂ ਆਰੀ ਆ ਜਿਹੜੀ ਬੜੀ ਤੇਜ਼ ਰਫ਼ਤਾਰ ਦੇ ਨਾਲ ਆਰੀ ਚਲਾਈ ਜਾਂਦੀ ਆ। ਆਰੀ ਦਾ ਜਿਹੜਾ ਕੱਟ ਆ ਉਹ ਬਹੁਤ ਬਰੀਕ ਲੱਗਦਾ ਪਰ ਹੁੰਦਾ ਬੜਾ ਡੂੰਘਾ। ਸੇਮ ਉੱਦਾਂ ਹੀ ਪਹਾੜਾਂ ਦੇ ਵਿੱਚ ਜਦੋਂ ਨਦੀ ਚੱਲ ਰਹੀ ਹੁੰਦੀ ਆ, ਦਰਿਆ ਚੱਲ ਰਿਹਾ ਹੁੰਦਾ, ਤਾਂ ਉਸ ਵੇਲੇ ਉਹਦੇ ਜਿਹੜੇ ਪਾਣੀ ਦੇ ਰਫ਼ਤਾਰ ਦੇ ਨਾਲ ਜਿਹੜਾ ਕਹਿ ਦਿਓ ਵੀ ਕੱਟ ਲੱਗਦਾ, ਜਾਂ ਕਹਿ ਦਿਓ ਵੀ ਆਪਣਾ ਜਿਹੜਾ ਦਰਿਆ ਆਪਣੇ ਰਸਤੇ ਨੂੰ ਡੂੰਘਾ ਕਰਦਾ, ਤਾਂ ਉਸ ਵੇਲੇ ਉਹ ਵਰਟੀਕਲੀ ਆਪਣੇ ਰਸਤੇ ਨੂੰ ਕੱਟ ਰਿਹਾ ਹੁੰਦਾ ਵਾ। ਅਤੇ ਜਿਵੇਂ ਹੀ ਦਰਿਆ ਪਹਾੜਾਂ ਨੂੰ ਪਾਰ ਕਰਦਾ, ਮੈਦਾਨਾਂ ਵਾਲੇ ਪਾਸੇ ਪਹੁੰਚਦਾ ਵਾ, ਤਾਂ ਫਿਰ ਜਿਹੜੇ ਦਰਿਆ ਦੇ ਪਾਣੀ ਦੀ ਰਫ਼ਤਾਰ ਆ ਜਿਹੜੀ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਆਉਣ ਲੱਗ ਜਾਂਦੀ ਆ। ਤਾਂ ਫਿਰ ਦਰਿਆ ਆਪਣੇ ਰਸਤੇ ਨੂੰ ਵਰਟੀਕਲੀ ਕੱਟਣ ਦੇ ਨਾਲ ਹੁਣ ਲਿਟਰਲ, ਭਾਵ ਦੋਨੇ ਪਾਸੇ, ਦੋਨੇ ਕਿਨਾਰਿਆਂ ਵੱਲ ਨੂੰ ਕੱਟਣਾ ਵਾ ਜਿਹੜਾ ਉਹ ਸ਼ੁਰੂ ਕਰ ਦਿੰਦਾ ਵਾ। ਤਾਂ ਅਸੀਂ ਹੁਣ ਇਹ ਸਮਝ ਲਿਆ ਵੀ ਜਦੋਂ ਦਰਿਆ ਦਾ ਪਾਣੀ ਤੇਜ਼ੀ ਦੇ ਨਾਲ ਚੱਲਦਾ ਤਾਂ ਇਹ ਆਪਣੇ ਰਸਤੇ ਨੂੰ ਦੋ ਤਰੀਕੇ ਦੇ ਨਾਲ ਕੱਟਦਾ ਵਾ। ਇੱਕ ਹੈਗਾ ਵਾ ਉੱਪਰੋਂ ਹੇਠਾਂ ਵੱਲ ਨੂੰ, ਇੱਕ ਹੈਗਾ ਦੋਨੇ ਕਿਨਾਰਿਆਂ ਵੱਲ ਨੂੰ। ਹੁਣ ਪਹਾੜਾਂ ਦੇ ਉੱਪਰ ਕਿੰਨੇ ਹੀ ਦਰਿਆ ਨੇ ਜਿਹੜੇ ਉਹ ਆਪਣਾ ਸਫ਼ਰ ਸ਼ੁਰੂ ਕਰਦੇ ਆ ਅਤੇ ਪਹਾੜਾਂ ਤੋਂ ਸਟਾਰਟ ਕਰਕੇ ਸਫ਼ਰ ਆਪਣਾ ਸਮੁੰਦਰ ਤੱਕ ਆਪਣਾ ਜਿਹੜਾ ਸਫ਼ਰ ਆ ਉਹ ਪੂਰਾ ਕਰਦੇ ਨੇ। ਪਰ ਇੱਥੇ ਆਪਾਂ ਇਹ ਕਹਾਂਗੇ ਵੀ ਕੀ ਉਹ ਸਾਰੇ ਦੇ ਸਾਰੇ ਦਰਿਆ, ਕੀ ਉਹ ਇੱਕੋ ਜਿਹਾ ਅਪਰਦਨ ਕਰ ਪਾਉਂਦੇ ਨੇ? ਨਹੀਂ। ਅਪਰਦਨ ਦੀ ਕਿਰਿਆ ਨੂੰ ਨਿਰਧਾਰਿਤ ਕਰਨ ਲਈ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਦਰਿਆ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ? ਇਹ 4 ਅੰਕਾਂ ਦਾ ਪ੍ਰਸ਼ਨ ਆ, ਬੜੇ ਧਿਆਨ ਦੇ ਨਾਲ ਤੁਸੀਂ ਸਮਝਣਾ। ਤਾਂ ਆਪਾਂ ਇਹ ਸਮਝਾਂਗੇ ਵੀ ਉਹ ਕਿਹੜਾ ਦਰਿਆ ਜਿਹੜਾ ਜ਼ਿਆਦਾ ਅਪਰਦਨ ਕਰੂਗਾ। ਤਾਂ ਪਹਿਲਾ ਜਿਹੜਾ ਫੈਕਟਰ ਅਫੈਕਟ ਕਰੂਗਾ ਉਹਦੇ ਵਿੱਚ ਆਪਾਂ ਦੇਖਾਂਗੇ ਦਰਿਆ ਵਿੱਚ ਜਲ ਦੀ ਗਤੀ। ਜੇਕਰ ਦਰਿਆ ਦੇ ਵਿੱਚ ਪਾਣੀ ਦੀ ਰਫ਼ਤਾਰ ਬਹੁਤ ਜ਼ਿਆਦਾ ਹੈ ਤਾਂ ਫਿਰ ਉਹਦੇ ਵਿੱਚ ਜਿਹੜੇ ਵੀ ਪੱਥਰ, ਕੰਕਰ, ਤਿੱਖੀਆਂ ਚੀਜ਼ਾਂ ਜੋ ਵੀ ਰੁੜ ਕੇ ਚੱਲਣਗੀਆਂ, ਉਹ ਗ੍ਰਾਈਂਡਿੰਗ ਟੂਲ ਉਸੇ ਦਰਿਆ ਦੇ ਰਸਤੇ ਨੂੰ ਡੂੰਘਾ ਕਰਨਗੇ, ਕੱਟਣਗੇ ਅਤੇ ਅਪਰਦਨ ਦੀ ਕਿਰਿਆ ਨੂੰ ਬਹੁਤ ਜ਼ਿਆਦਾ ਵਧਾ ਦੇਣਗੇ। ਤਾਂ ਪਹਿਲਾ ਫੈਕਟਰ ਕੀ ਕਹਿੰਦਾ ਵੀ ਜੇਕਰ ਦਰਿਆ ਦੇ ਵਿੱਚ ਪਾਣੀ ਦੀ ਰਫ਼ਤਾਰ ਤੇਜ਼ ਆ, ਜੇਕਰ ਰਫ਼ਤਾਰ ਹੌਲੀ ਹੋਊਗੀ ਤਾਂ ਫਿਰ ਅਪਰਦਨ ਦੀ ਕਿਰਿਆ ਵੀ ਹੌਲੀ ਹੋਊਗੀ। ਤਾਂ ਦੂਸਰਾ ਜਿਹੜਾ ਫੈਕਟਰ ਹੈਗਾ ਦਰਿਆ ਵਿੱਚ ਜਲ ਦੀ ਮਾਤਰਾ।
ਪਿਆਰੇ ਵਿਦਿਆਰਥੀਓ, ਦਰਿਆਵਾਂ ਦੇ ਵਿੱਚ ਜਿਹੜਾ ਜਲ ਆਪਾਂ ਕਹਿ ਚੁੱਕੇ ਹਾਂ ਵੀ ਬਰਫ਼ ਦੇ ਖੁਰਨ ਦੇ ਨਾਲ ਤੇ ਮੀਂਹ ਦੇ ਪਾਣੀ ਦੇ ਨਾਲ ਜਿਹੜਾ ਪਾਣੀ ਪਹਾੜਾਂ ਤੋਂ ਆ ਰਿਹਾ ਉਹ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਨਿਸ਼ਚਿਤ ਕਰਦਾ। ਹੁਣ ਜੇਕਰ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਤਾਂ ਫਿਰ ਉਹਦੇ ਅਪਰਦਨ ਕਰਨ ਦੀ ਸ਼ਕਤੀ ਵੀ ਕੀ ਹੋਊਗੀ, ਬਹੁਤ ਜ਼ਿਆਦਾ ਹੋਊਗੀ। ਜੇਕਰ ਦਰਿਆ ਦੇ ਵਿੱਚ ਪਾਣੀ ਉਹ ਬਹੁਤ ਥੋੜ੍ਹਾ ਆ ਰਿਹਾ, ਭਾਵ ਦਰਿਆ ਹੀ ਸਾਡਾ ਸੀਜ਼ਨਲ ਆ ਜਾਂ ਸਿਰਫ ਮੀਂਹ ਪਏ ਤੀ ਦਰਿਆ ਚੱਲਦਾ, ਤਾਂ ਇੱਦਾਂ ਦੇ ਦਰਿਆਵਾਂ ਦੇ ਵਿੱਚ ਜਿਹੜਾ ਅਪਰਦਨ ਦੀ ਕਿਰਿਆ ਵਾ ਉਹ ਘੱਟ ਦੇਖਣ ਨੂੰ ਮਿਲੂਗੀ। ਬਸ਼ਰਤੇ ਉਹ ਦਰਿਆ ਜਿਨ੍ਹਾਂ ਦੇ ਵਿੱਚ ਸਾਰਾ ਸਾਲ ਪਾਣੀ ਆਉਂਦਾ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਆਉਂਦਾ, ਉਹਨਾਂ ਦਰਿਆਵਾਂ ਦੇ ਵਿੱਚ ਜਿਹੜੀ ਅਪਰਦਨ ਦੀ ਮਾਤਰਾ, ਜਿਹੜੀ ਅਪਰਦਨ ਦੀ ਕਹਿ ਦਿਓ ਸ਼ਕਤੀ ਹੈਗੀ ਆ, ਉਹ ਜ਼ਿਆਦਾ ਹੋਊਗੀ। ਅੱਗੇ ਚੱਲਦੇ ਹਾਂ ਤੀਸਰੇ ਪੁਆਇੰਟ ਦੇ ਵਿੱਚ, ਦਰਿਆ ਵਿੱਚ ਚੁੱਕਿਆ ਹੋਇਆ ਸਮਾਨ। ਦਰਿਆ ਦਾ ਪਾਣੀ ਜਦੋਂ ਆਪਣੇ ਰਸਤੇ ਦੇ ਉੱਪਰ ਚੱਲਦਾ ਤਾਂ ਰਸਤੇ ਦੇ ਵਿੱਚ ਉਹ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਮਿੱਟੀ ਹੋ ਗਈ, ਰੇਤਾ ਹੋ ਗਿਆ, ਹਲਕੇ ਪੱਥਰ ਹੋ ਗਏ, ਉਹਨਾਂ ਨੂੰ ਪਾਣੀ ਦੇ ਵਿੱਚ ਚੁੱਕ ਲੈਂਦਾ ਵਾ, ਭਾਵ ਆਪਣੇ ਨਾਲ ਚੱਕੇ ਚੱਲਦਾ ਵਾ। ਇਹ ਜਿਹੜੇ ਪਦਾਰਥ ਹੈਗੇ ਨੇ ਇਹ ਚੱਲਦੇ ਹੋਏ ਰਸਤੇ ਦੇ ਵਿੱਚ ਇੱਕ ਦੂਜੇ ਆਪਸ ਵਿੱਚ ਵੀ ਖਹਿੰਦੇ ਆ ਤੇ ਰਸਤੇ ਦੇ ਵਿੱਚ ਮਿਲਣ ਵਾਲੇ ਪੱਥਰਾਂ ਨਾਲ ਵੀ ਖਹਿੰਦੇ ਆ ਤੇ ਅਪਰਦਨ ਦੀ ਕਿਰਿਆ ਨੂੰ ਹੋਰ ਜ਼ਿਆਦਾ ਕੀ ਕਰ ਦਿੰਦੇ ਨੇ, ਇਹ ਵਧਾ ਦਿੰਦੇ ਨੇ। ਤਾਂ ਇਹਨਾਂ 3 ਪੁਆਇੰਟਾਂ ਤੋਂ ਅੱਗੇ ਹੁਣ ਗੱਲ ਕਰਾਂਗੇ ਅਸੀਂ ਚੌਥੇ ਦੀ। ਚੌਥੇ ਦੇ ਵਿੱਚ ਆਪਾਂ ਕਹਾਂਗੇ ਚਟਾਨ ਦੀ ਕਿਸਮ। ਹੁਣ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਧਿਆਨ ਦੇ ਨਾਲ ਚਟਾਨਾਂ ਦੀਆਂ ਕਿਸਮਾਂ ਨੂੰ ਪੜ੍ਹਿਆ ਹੋਇਆ ਵਾ। ਚਟਾਨਾਂ ਦੀਆਂ ਕਿਸਮਾਂ ਦੇ ਵਿੱਚ ਆਪਾਂ ਨੇ ਕਿਹਾ ਵੀ ਅਗਨੀ ਚਟਾਨਾਂ ਸਭ ਤੋਂ ਜ਼ਿਆਦਾ ਸਖਤ ਨੇ, ਤੈਅਦਾਰ ਚਟਾਨਾਂ ਉਹਨਾਂ ਦੇ ਮੁਕਾਬਲੇ ਨਰਮ ਨੇ ਤੇ ਰੂਪਾਂਤਰਿਤ ਚਟਾਨਾਂ ਦੋਨਾਂ ਦਾ ਹੀ ਬਦਲਿਆ ਹੋਇਆ ਰੂਪ ਨੇ। ਹੁਣ ਜੇਕਰ ਕਿਸੇ ਦਰਿਆ ਦੇ ਰਸਤੇ ਦੇ ਵਿੱਚ ਅਗਨੀ ਚਟਾਨਾਂ ਨੇ ਤਾਂ ਫਿਰ ਅਗਨੀ ਚਟਾਨਾਂ ਦੇ ਉੱਪਰ ਦਰਿਆ ਦੀ ਅਪਰਦਨ ਦੀ ਕਿਰਿਆ ਦਾ ਅਸਰ ਘੱਟ ਹੋਊਗਾ, ਕਿਉਂਕਿ ਅਗਨੀ ਚਟਾਨਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਸਖਤ ਨੇ, ਸਖਤ ਪੱਥਰਾਂ ਦੇ ਉੱਪਰ ਬਹੁਤ ਲੰਬੇ ਸਮੇਂ ਤੇ ਜਾ ਕੇ ਅਪਰਦਨ ਦਾ ਅਸਰ ਹੋਊਗਾ। ਪਰ ਜੇਕਰ ਆਪਾਂ ਗੱਲ ਕਰਾਂਗੇ ਵੀ ਤੈਅਦਾਰ ਚਟਾਨਾਂ ਨੇ ਜਾਂ ਮਿੱਟੀ ਵਾਲੀਆਂ ਚਟਾਨਾਂ ਨੇ, ਰੇਤੇ ਵਾਲੀਆਂ ਚਟਾਨਾਂ ਨੇ, ਤਾਂ ਉਹਨਾਂ ਦੇ ਉੱਪਰ ਦਰਿਆ ਦੇ ਅਪਰਦਨ ਦੀ ਕਿਰਿਆ ਦਾ ਅਸਰ ਬੜੀ ਛੇਤੀ ਨਾਲ ਦੇਖਣ ਨੂੰ ਮਿਲੂਗਾ। ਦਰਿਆ ਆਸਾਨੀ ਦੇ ਨਾਲ ਉਹਨਾਂ ਨੂੰ ਖੋਰ ਕੇ ਘੋਲ ਕੇ ਆਪਣੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾ ਸਕਦਾ ਵਾ। ਤਾਂ ਅਪਰਦਨ ਦੀ ਕਿਰਿਆ ਨੂੰ ਨਿਰਧਾਰਿਤ ਕਰਨ ਵਾਲੇ 4 ਤੱਤਾਂ ਬਾਰੇ ਅਸੀਂ ਬਹੁਤ ਡਿਟੇਲ ਦੇ ਵਿੱਚ ਸਮਝਿਆ ਵਾ। ਅੱਗੇ ਚੱਲਦੇ ਹਾਂ। ਦਰਿਆ ਜਦੋਂ ਅਪਰਦਨ ਕਰਦਾ ਤਾਂ ਨਾਲ ਦੀ ਨਾਲ ਤੋੜ ਭੰਨ ਨੂੰ ਆਪਣੇ ਨਾਲ ਲੈ ਕੇ ਚੱਲਦਾ ਵਾ। ਪਿਆਰੇ ਵਿਦਿਆਰਥੀਓ, ਅਸੀਂ ਪੰਜਾਬ ਬਾਰੇ ਕਹਿੰਦੇ ਆ ਵੀ ਪੰਜਾਬ 5 ਦਰਿਆਵਾਂ ਦੀ ਧਰਤੀ ਆ। 5 ਦਰਿਆਵਾਂ ਨੇ ਮਿੱਟੀ ਲਿਆ ਕੇ ਇਸ ਪੰਜਾਬ ਦੀ ਖੂਬਸੂਰਤ ਧਰਤੀ ਨੂੰ ਬਣਾਇਆ, ਜਿਹੜੀ ਅੱਜ ਸਾਨੂੰ ਬਹੁਤ ਜ਼ਿਆਦਾ ਫਸਲਾਂ ਜਿਹੜੀਆਂ ਪੈਦਾ ਕਰਕੇ ਦੇ ਰਹੀ ਆ। ਹੁਣ ਜਿਹੜੇ ਦਰਿਆ ਆਪਣੇ ਨਾਲ ਆਪਣੇ ਰਸਤੇ ਨੂੰ ਜਾਂ ਕਹਿ ਦਿਓ ਵੀ ਪਹਾੜਾਂ ਨੂੰ ਕੱਟਦੇ ਵੱਢਦੇ ਆ, ਤਾਂ ਆਪਣੇ ਨਾਲ ਬਹੁਤ ਸਾਰੀਆਂ ਚੀਜ਼ਾਂ ਉਹ ਲੈ ਕੇ ਆਉਂਦੇ ਆ। ਕਿਉਂਕਿ ਪਾਣੀ ਦੀ ਰਫ਼ਤਾਰ ਜ਼ਿਆਦਾ ਹੁੰਦੀ ਆ ਤਾਂ ਨਾਲ ਨਾਲ ਇਹ ਸਾਰੀਆਂ ਚੀਜ਼ਾਂ ਰੁੜਦੀਆਂ, ਘੁਲ ਕੇ ਕਈ ਤਰੀਕਿਆਂ ਦੇ ਨਾਲ ਸਾਡੇ ਤੱਕ ਪਹੁੰਚਦੀਆਂ ਨੇ। ਤਾਂ ਦਰਿਆ ਕਿੰਨਾਂ ਤਰੀਕਿਆਂ ਦੇ ਨਾਲ ਢੋਆ ਢਵਾਈ ਕਰਦਾ, ਉਹਦੇ ਬਾਰੇ ਆਪਾਂ ਹੁਣ ਗੱਲ ਕਰਾਂਗੇ। ਤਾਂ ਦਰਿਆ ਦੀ ਢੋਆ ਢਵਾਈ ਦੇ ਵਿੱਚ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਇਹਦੇ 'ਚ ਕੰਕਰ ਹੋਣਗੇ, ਪੱਥਰ ਹੋਣਗੇ, ਚਟਾਨਾਂ ਦੇ ਟੁਕੜੇ ਹੋਣਗੇ, ਦਰਖਤਾਂ ਦੇ ਟੁਕੜੇ ਹੋਣਗੇ। ਜੋ ਵੀ ਚੀਜ਼ਾਂ ਪਹਾੜਾਂ 'ਚ ਦਰਿਆ ਦੇ ਨਾਲ ਰੁੜਦੀਆਂ ਨੇ ਉਹ ਮੈਦਾਨਾਂ ਤੱਕ ਨਾਲ ਆਉਂਦੀਆਂ ਛੋਟੇ ਹਿੱਸਿਆਂ ਵਿੱਚ ਟੁੱਟਦੀਆਂ ਰਹਿੰਦੀਆਂ ਨੇ ਤੇ ਸਾਡੇ ਤੱਕ ਪਹੁੰਚਦੀਆਂ ਨੇ। ਇਹਦੇ ਵਿੱਚ ਪਹਿਲਾ ਜਿਹੜਾ ਮਟੀਰੀਅਲ ਦੀ ਆਪਾਂ ਗੱਲ ਕਰਾਂਗੇ ਉਹ ਹੋਊਗਾ ਜਲ ਵਿੱਚ ਰਗੜ ਕੇ ਚੱਲਦਾ ਹੋਇਆ ਮਾਲ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਵੀ ਜਿਹੜੇ ਤੁਸੀਂ ਬਹੁਤ ਵਾਰ ਦੇਖਦੇ ਹੋ ਵੀ ਅਸੀਂ ਗੋਲ ਪੱਥਰ ਦੇਖਦੇ ਹਾਂ, ਜਿਹੜੇ ਪੂਰਨ ਤੌਰ 'ਤੇ ਗੋਲ ਤਾਂ ਨਹੀਂ ਹੁੰਦੇ ਪਰ ਆਕਾਰ ਦੇ ਵਿੱਚ ਵੱਡੇ ਛੋਟੇ ਵੀ ਹੁੰਦੇ ਆ। ਹੁਣ ਉਹ ਜਿਹੜੇ ਪੱਥਰ ਨੇ ਉਹ ਪਾਣੀ ਦੇ ਵਿੱਚ ਦਰਿਆ ਦੇ ਨਾਲ ਰੁੜ ਕੇ ਆਉਂਦੇ ਆ। ਜਦੋਂ ਉਹ ਰੁੜਦੇ ਆ ਆਪਸ ਵਿੱਚ ਟਕਰਾਉਂਦੇ ਆ, ਨਾਲ ਦੀ ਨਾਲ ਦਰਿਆ ਦੇ ਫਰਸ਼ ਦੇ ਨਾਲ ਟਕਰਾਉਂਦੇ ਆ, ਦਰਿਆ ਦੇ ਰਾਹ ਨੂੰ ਡੂੰਘਾ ਕਰਦੇ ਆ, ਤੋੜਦੇ ਆ, ਨਾਲ ਦੀ ਨਾਲ ਆਪਣੀ ਜਿਹੜੀ ਸ਼ੇਪ ਆ ਉਹਨਾਂ ਨੂੰ ਗੋਲ ਕਰ ਲੈਂਦੇ ਆ। ਤਾਂ ਇਹ ਉਹ ਪੱਥਰ ਨੇ ਜਿਹੜੇ ਆਪਸ ਵਿੱਚ ਰਗੜ ਖਾਂਦੇ ਆ ਤੇ ਨਾਲ ਦੀ ਨਾਲ ਦਰਿਆ ਦੇ ਰਾਹ ਨੂੰ ਵੀ ਨੁਕਸਾਨ ਆ ਜਿਹੜਾ ਉਹ ਪਹੁੰਚਾਉਂਦੇ ਆ। ਇਹ ਪੱਥਰ ਭਾਰੇ ਹੁੰਦੇ ਆ ਪਰ ਪਾਣੀ ਦੀ ਪਾਵਰ ਦੇ ਨਾਲ ਇਹ ਆਪਣਾ ਜਿਹੜਾ ਰਸਤਾ ਵਾ ਇਹ ਰੁੜ ਕੇ ਪੂਰਾ ਕਰਦੇ ਆ। ਸੈਕੰਡ ਪੁਆਇੰਟ ਦੇ ਵਿੱਚ ਗੱਲ ਆਪਾਂ ਕਰਾਂਗੇ ਜਲ ਵਿੱਚ ਘੁਲ ਕੇ ਚੱਲਦੇ ਜਿਹੜਾ ਮਟੀਰੀਅਲ ਚੱਲਦਾ। ਹੁਣ ਪਿਆਰੇ ਵਿਦਿਆਰਥੀਓ, ਤੁਹਾਨੂੰ ਪਤਾ ਹੈ ਵੀ ਕੁਛ ਚਟਾਨਾਂ ਦੇ ਵਿੱਚ ਕਾਫੀ ਤਰ੍ਹਾਂ ਦੇ ਨਮਕ ਨੇ। ਉਹ ਨਮਕ ਪਾਣੀ ਦੇ ਵਿੱਚ ਪੂਰਨ ਤੌਰ 'ਤੇ ਘੁਲ ਜਾਂਦੇ ਆ। ਹੁਣ ਉਹ ਪਾਣੀ ਜਿਹੜਾ ਸਾਨੂੰ ਟੇਸਟ ਕਰੇ ਤੇ ਤਾਂ ਪਤਾ ਲੱਗਦਾ
ਵੀ ਇਸ ਪਾਣੀ ਦੇ ਵਿੱਚ ਨਮਕ ਹੈਗਾ, ਇਸ ਪਾਣੀ ਦੇ ਵਿੱਚ ਕੋਈ ਨਾ ਕੋਈ ਜਿਹੜਾ ਖਣਿਜ ਪਦਾਰਥ ਘੁਲਿਆ ਹੋਇਆ, ਪਰ ਸਾਨੂੰ ਦੇਖੇ ਤੇ ਨਹੀਂ ਪਤਾ ਲੱਗਦਾ। ਪਾਣੀ ਬਿਲਕੁਲ ਹੀ ਕੀ ਲੱਗਦਾ, ਸਾਫ਼ ਲੱਗਦਾ ਵਾ। ਤਾਂ ਫਿਰ ਨਦੀ ਦੇ ਵਿੱਚ, ਦਰਿਆ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਨਮਕ ਪੱਕੇ ਤੌਰ 'ਤੇ ਘੁਲ ਜਾਂਦੇ ਨੇ, ਜਿਹੜੇ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਆਪਣਾ ਜਿਹੜਾ ਸਫ਼ਰ ਆ ਉਹ ਪੂਰਾ ਕਰਦੇ ਆ। ਅੱਗੇ ਚੱਲਦੇ ਹਾਂ, ਤੀਸਰੇ ਹਿੱਸੇ ਦੇ ਵਿੱਚ ਆਪਾਂ ਪੜ੍ਹਾਂਗੇ ਜਲ ਵਿੱਚ ਚੁੱਕਿਆ ਹੋਇਆ ਮਲਬਾ। ਹੁਣ ਜਦੋਂ ਵੀ ਨਦੀ ਵਗ ਰਹੀ ਆ, ਚੱਲ ਰਹੀ ਆ, ਤਾਂ ਉਸ ਵੇਲੇ ਉਹਦਾ ਜਿਹੜਾ ਪਾਣੀ ਆ ਉਹਦੇ ਵਿੱਚ ਰਫ਼ਤਾਰ ਆ। ਜੇਕਰ ਪਾਣੀ ਰੁਕੂਗਾ ਤਾਂ ਪਾਣੀ ਦੇ ਵਿਚਲੀਆਂ ਅਸ਼ੁੱਧੀਆਂ ਨੇ, ਜਿਹੜੀਆਂ ਮਿੱਟੀ ਕਹਿ ਸਕਦੇ ਹਾਂ, ਰੇਤਾ ਕਹਿ ਸਕਦੇ ਹਾਂ, ਕੰਕਰ ਪੱਥਰ ਨੇ ਜਿਹੜੇ, ਉਹ ਪਾਣੀ ਰੁਕੇ ਤੇ ਹੀ ਥੱਲੇ ਬੈਠਣਗੇ ਨਾ। ਹੁਣ ਪਾਣੀ ਲਗਾਤਾਰ ਚੱਲਦਾ ਰਹਿੰਦਾ ਤੇ ਨਾਲ ਦੀ ਨਾਲ ਇਹ ਸਾਰੇ ਦੇ ਸਾਰੇ ਵੀ ਕੀ ਕਰਦੇ ਆ, ਹਵਾ ਮਾਫ ਕਰਨਾ, ਇੱਥੇ ਜਲ ਦੇ ਵਿੱਚ ਇਹ ਸਾਰੇ ਦੇ ਸਾਰੇ ਪਦਾਰਥ ਲਟਕੇ ਹੋਏ ਲੱਗਦੇ ਆ ਤੇ ਨਾਲ ਦੀ ਨਾਲ ਇਹ ਆਪਣਾ ਜਿਹੜਾ ਸਫ਼ਰ ਹੈ ਇਹ ਪੂਰਾ ਕਰਦੇ ਆ। ਇਹਨਾਂ ਤਿੰਨਾਂ ਤਰ੍ਹਾਂ ਦੇ ਪਦਾਰਥਾਂ ਨਾਲ ਜਿਹੜਾ ਨਦੀ ਦਾ ਪਾਣੀ ਆ ਉਹ ਸਾਨੂੰ ਦੇਖਣ ਨੂੰ ਸਾਫ਼ ਲੱਗਦਾ, ਪਰ ਪਾਣੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਘੁਲ ਕੇ ਜਿਹੜੀਆਂ ਨੇ ਪਹਾੜਾਂ ਤੋਂ ਮੈਦਾਨਾਂ ਵਾਲੇ ਪਾਸੇ ਨੂੰ ਚੱਲ ਰਹੀਆਂ ਹੁੰਦੀਆਂ ਨੇ। ਤੇ ਆਖਰ ਦੇ ਵਿੱਚ ਜਦੋਂ ਨਦੀ ਦੇ ਵਿੱਚ ਬਹੁਤ ਸਾਰਾ ਮਟੀਰੀਅਲ ਵੱਧ ਜਾਂਦਾ ਵਾ, ਮਿੱਟੀ, ਰੇਤਾ, ਗਾਰਾ ਵੱਧ ਜਾਂਦਾ, ਤਾਂ ਨਦੀ ਫਿਰ ਕੀ ਕਰਦੀ ਆ, ਉਹਨੂੰ ਅੱਗੇ ਲਿਜਾਣ ਤੋਂ ਅਸਮਰੱਥ ਹੋ ਜਾਂਦੀ ਆ ਤੇ ਫਿਰ ਆਪਣੇ ਰਸਤੇ ਦੇ ਵਿੱਚ ਹੀ ਨਦੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਡਿਪੋਜ਼ਿਟ ਕਰ ਦਿੰਦੀ ਆ, ਆਪਣੇ ਰਸਤੇ ਦੇ ਵਿੱਚ ਹੀ ਇਹਨਾਂ ਚੀਜ਼ਾਂ ਨੂੰ ਜਮਾ ਦਿੰਦੀ ਆ। ਅੱਗੇ ਜਾ ਕੇ ਆਪਾਂ ਇਹਨਾਂ ਸਾਰਿਆਂ ਨੂੰ ਡਿਟੇਲ ਦੇ ਵਿੱਚ ਪੜ੍ਹਾਂਗੇ। ਪਿਆਰੇ ਵਿਦਿਆਰਥੀਓ, ਦਰਿਆ ਦੇ ਪੂਰੇ ਜੀਵਨ ਨੂੰ ਅਸੀਂ ਆਪਣੇ ਜੀਵਨ ਕਾਲ ਦੇ ਅਨੁਸਾਰ 3 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਜਿੱਦਾਂ ਅਸੀਂ ਆਪਣੇ ਜੀਵਨ ਨੂੰ ਬਚਪਨ, ਜਵਾਨੀ ਤੇ ਬੁਢਾਪਾ 3 ਭਾਗਾਂ ਦੇ ਵਿੱਚ ਵੰਡਿਆ ਹੋਇਆ, ਸੇਮ ਉਸੇ ਤਰੀਕੇ ਦੇ ਨਾਲ ਜਿਹੜਾ ਦਰਿਆ ਉਹਨੂੰ ਵੀ ਅਸੀਂ ਇੱਦਾਂ ਹੀ 3 ਭਾਗਾਂ ਦੇ ਵਿੱਚ ਵੰਡ ਲੈਂਦੇ ਹਾਂ। ਦਰਿਆ ਦਾ ਬਚਪਨ, ਜਦੋਂ ਦਰਿਆ ਸ਼ੁਰੂ ਹੁੰਦਾ, ਆਪਣੇ ਓਰੀਜਨਲ ਪੁਆਇੰਟ ਤੋਂ ਸ਼ੁਰੂ ਹੁੰਦਾ, ਪਹਾੜਾਂ ਦੇ ਵਿੱਚ ਦਰਿਆ ਦਾ ਜਿਹੜਾ ਕਹਿ ਦਿਓ ਪਾਵਰ ਹੈਗੀ ਆ ਉਹ ਜ਼ਿਆਦਾ ਹੁੰਦੀ ਆ, ਪਾਣੀ ਦੇ ਵਿੱਚ ਜ਼ੋਰ ਜ਼ਿਆਦਾ ਹੁੰਦਾ, ਪਾਣੀ ਦੇ ਵਿੱਚ ਉਛਲ ਕੁੱਦ ਵੀ ਜ਼ਿਆਦਾ ਹੁੰਦੀ ਆ। ਤਾਂ ਫਿਰ ਉਸ ਟਾਈਮ ਪੀਰੀਅਡ ਨੂੰ ਅਸੀਂ ਕਹਿੰਦੇ ਆ ਬਚਪਨ। ਤੇ ਜਦੋਂ ਦਰਿਆ ਪਹਾੜਾਂ ਨੂੰ ਛੱਡ ਕੇ ਮੈਦਾਨਾਂ ਦੇ ਵਿੱਚ ਆ ਜਾਂਦਾ ਤਾਂ ਫਿਰ ਦਰਿਆ ਬੜਾ ਸੰਭਲ ਕੇ ਚੱਲਦਾ। ਉਸ ਵੇਲੇ ਅਸੀਂ ਦਰਿਆ ਦੇ ਇਸ ਜਿਹੜਾ ਜੀਵਨ ਦੇ ਭਾਗ ਨੂੰ ਕਹਿੰਦੇ ਆ ਜਵਾਨੀ। ਤਾਂ ਫਿਰ ਤੀਸਰਾ, ਜਦੋਂ ਦਰਿਆ ਆਪਣਾ ਸਫ਼ਰ ਖਤਮ ਕਰਦਾ ਤੇ ਸਮੁੰਦਰ ਦੇ ਵਿੱਚ ਜਾ ਕੇ ਆਪਣਾ ਜਿਹੜਾ ਜੀਵਨ ਉਹਨੂੰ ਖਤਮ ਕਰਨ ਲੱਗਦਾ, ਤਾਂ ਉਸ ਵੇਲੇ ਅਸੀਂ ਇਹਨੂੰ ਕਹਿੰਦੇ ਆ ਬੁਢਾਪਾ। ਇਸ ਤਿੰਨੇ ਤਰ੍ਹਾਂ ਦੇ ਜੀਵਨ ਕਾਲ ਦੇ ਵਿੱਚ ਦਰਿਆ ਅਲੱਗ-ਅਲੱਗ ਤਰ੍ਹਾਂ ਦੀਆਂ ਭੂ ਆਕ੍ਰਿਤੀਆਂ ਨੂੰ ਜਨਮ ਦਿੰਦਾ। ਇਹਨਾਂ ਤਿੰਨਾਂ ਦੇ ਵਿੱਚ ਆਪਾਂ ਦੇਖਾਂਗੇ, ਇੱਕ ਟਾਈਮ ਦਰਿਆ ਕੱਟ ਕੇ ਚੀਜ਼ਾਂ ਬਣਾਊਗਾ, ਅਗਲੇ ਦੇ ਵਿੱਚ ਦੇਖਾਂਗੇ ਆਪਣੇ ਨਾਲ ਲਿਆਂਦੇ ਮਟੀਰੀਅਲ ਨੂੰ ਜਮਾ ਕੇ ਕੁਝ ਚੀਜ਼ਾਂ ਨੇ ਜਿਹੜੀਆਂ ਉਹ ਭੂ ਆਕ੍ਰਿਤੀਆਂ ਬਣਾਊਗਾ। ਤੇ ਉਹਨਾਂ ਸਾਰਿਆਂ ਨੂੰ ਅਸੀਂ ਨਾਮਾਂ ਦੇ ਨਾਲ ਅੱਡ ਕੀਤਾ ਹੋਇਆ ਤੇ ਬੜੇ ਸੌਖੇ ਤਰੀਕੇ ਦੇ ਨਾਲ ਤੁਸੀਂ ਉਹਨਾਂ ਨੂੰ ਸਮਝੋਗੇ। ਤਾਂ ਪਹਿਲਾ ਹਿੱਸਾ, ਮੁੱਢਲਾ ਹਿੱਸਾ, ਜਿਵੇਂ ਕਿ ਨਾਮ ਹੀ ਦੱਸਦਾ ਵੀ ਜਿਹੜਾ ਮੁੱਢਲਾ ਹਿੱਸਾ ਇਹ ਪਹਾੜੀ ਹਿੱਸਾ ਵਾ। ਇਸ ਹਿੱਸੇ ਦੇ ਵਿੱਚ ਜਿਹੜਾ ਦਰਿਆ ਉਹ ਆਪਣੇ ਪੂਰਨ ਕਹਿ ਦਿਓ ਵੀ ਜ਼ੋਰ 'ਤੇ ਹੁੰਦਾ ਹੈ। ਇਸ ਹਿੱਸੇ ਦੇ ਵਿੱਚ ਜਿਹੜੀ ਅਪਰਦਨ ਦੀ ਕਿਰਿਆ ਬਹੁਤ ਜ਼ਿਆਦਾ ਹੁੰਦੀ ਆ ਤੇ ਫਿਰ ਆਪਣੇ ਰਸਤੇ ਨੂੰ ਦਰਿਆ ਕਿੱਧਰਲੇ ਪਾਸੇ ਨੂੰ ਕੱਢਦਾ, ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਨਾ ਵੀ ਹੇਠਲੇ ਪਾਸੇ ਨੂੰ ਕੱਢਦਾ। ਇਹਨੂੰ ਡਾਊਨ ਕਟਿੰਗ ਦਾ ਜਿਹੜਾ ਹਿੱਸਾ ਵੀ ਕਿਹਾ ਜਾਂਦਾ ਵਾ। ਇਸ ਹਿੱਸੇ ਦੇ ਵਿੱਚ ਪਹਾੜਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਜੇਕਰ ਤੁਸੀਂ ਪਹਾੜਾਂ ਦੇ ਵਿੱਚ ਕਦੇ ਸਫ਼ਰ ਕੀਤਾ, ਤਾਂ ਜਿਹੜੀਆਂ ਨਦੀਆਂ ਨੇ ਉਹਨਾਂ ਦੇ ਕਿਨਾਰੇ ਬੜੇ ਨੇੜੇ ਹੁੰਦੇ ਆ ਤੇ ਨਦੀਆਂ ਬਹੁਤ ਡੂੰਘੀਆਂ ਹੁੰਦੀਆਂ ਨੇ, ਆਮ ਤੌਰ 'ਤੇ ਖੱਡ ਕਿਹਾ ਜਾਂਦਾ ਵਾ। ਤਾਂ ਫਿਰ ਇੱਥੇ ਪਹਿਲੇ ਹਿੱਸੇ ਦੇ ਵਿੱਚ ਦਰਿਆ ਜਦੋਂ ਬਹੁਤ ਤੇਜ਼ੀ ਦੇ ਨਾਲ ਚੱਲ ਰਿਹਾ ਹੁੰਦਾ, ਪਾਣੀ ਦੀ ਰਫ਼ਤਾਰ ਵੀ ਜ਼ਿਆਦਾ ਹੁੰਦੀ ਆ, ਤਾਂ ਇਸ ਵੇਲੇ ਇਹ ਆਪਣੇ ਰਸਤੇ ਨੂੰ ਆਈ ਸ਼ੇਪ ਦੇ ਵਿੱਚ ਕੱਟ ਰਿਹਾ ਹੁੰਦਾ ਵਾ। ਤਾਂ ਇੱਥੇ ਕਿਹੜੀ ਸ਼ੇਪ ਬਣਦੀ ਆ, ਡੂੰਘੀ ਘਾਟੀ ਬਣਦੀ ਆ, ਇਹਨੂੰ ਕੈਨੀਅਨ ਵੀ ਬੋਲਿਆ ਜਾਂਦਾ। ਡੂੰਘੀਆਂ ਘਾਟੀਆਂ ਕਿਹੜੇ ਜਿਹੜੇ ਦਰਿਆ ਬਣਾਉਂਦੇ ਆ, ਉਹਨਾਂ ਦੇ ਵਿੱਚ ਸਤਲੁਜ, ਸਿੰਧ, ਬ੍ਰਹਮਪੁੱਤਰ, ਇਹ ਡੂੰਘੀਆਂ ਘਾਟੀਆਂ ਬਣਾਉਂਦੇ ਆ। USA ਦੀ ਕੋਲੋਰਾਡੋ ਜਿਹੜੀ ਨਦੀ ਆ, ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਕੈਨੀਅਨ ਬਣਾਉਂਦੀ ਆ, ਤਾਂ ਇੱਥੇ ਜਿਹੜੀ ਇਹਦੀ ਡੂੰਘਾਈ ਆ ਉਹ 1828 ਮੀਟਰ ਤੱਕ ਇਹ ਡੂੰਘੀ ਆ ਤੇ ਇਹਦੀ ਲੰਬਾਈ 480 ਕਿਲੋਮੀਟਰ ਆ ਤੇ ਕਈ ਥਾਵਾਂ 'ਤੇ ਇਹਦੀ ਜਿਹੜੀ ਚੌੜਾਈ ਆ 6 ਤੋਂ ਲੈ ਕੇ 16 ਕਿਲੋਮੀਟਰ ਤੱਕ ਵੀ ਹੋ ਜਾਂਦੀ ਆ। ਤਾਂ ਜਿਵੇਂ ਤੁਸੀਂ ਇਸ ਫੋਟੋ ਤੋਂ ਸਹਿਜੇ ਹੀ ਅੰਦਾਜ਼ਾ ਲਾ ਰਹੇ ਹੋ ਵੀ ਜਿਹੜੀ ਨਦੀ ਆ ਉਹ ਆਪਣੇ ਰਸਤੇ ਨੂੰ ਕਿਹੜੀ ਸ਼ੇਪ ਦੇ ਵਿੱਚ ਕੱਟ ਰਹੀ ਆ, ਆਈ ਸ਼ੇਪ ਦੇ ਵਿੱਚ ਕੱਟ ਰਹੀ ਆ। ਅੱਗੇ ਚੱਲਦੇ ਹਾਂ ਸੈਕੰਡ ਪੁਆਇੰਟ ਦੇ ਵਿੱਚ। ਤਾਂ ਇੱਥੇ ਨਦੀ ਆ ਜਿਹੜੀ ਉਹ ਆਪਣੇ ਰਸਤੇ ਨੂੰ V ਸ਼ੇਪ ਦੇ ਵਿੱਚ
ਘਟਦੀ ਹੈ। ਨਦੀ ਆਪਣੇ ਰਾਹ ਨੂੰ ਲਗਾਤਾਰ ਕਿਉਂਕਿ ਪਾਣੀ ਹੈ ਜਿਹੜਾ ਉਹ ਇੱਕ ਸ਼ਾਰਪ ਕਹਿ ਦਿਓ ਚਾਕੂ ਵਾਂਗ ਕੀ ਕਰਦਾ, ਆਪਣੇ ਰਸਤੇ ਨੂੰ ਕੱਟ ਰਿਹਾ ਹੁੰਦਾ। ਤਾਂ ਫਿਰ ਇਸ ਵੇਲੇ ਜਿਹੜੀ ਨਦੀ ਆ ਉਹ ਆਪਣੇ ਗ੍ਰਹਿ ਜਿਹੜਾ ਰਸਤਾ ਵਾ ਉਹਨੂੰ ਵੀ ਆਕਾਰ ਦੇ ਵਿੱਚ ਜਿਹੜਾ ਉਹ ਕੱਟ ਰਹੀ ਹੁੰਦੀ ਆ। ਇਸੇ ਮੁੱਢਲੀ ਅਵਸਥਾ ਦੇ ਵਿੱਚ ਜਿਹੜੀ ਤੀਸਰੀ ਆਕ੍ਰਿਤੀ ਬਣਦੀ ਆ ਉਹ ਹੈਗੇ ਨੇ ਝਰਨੇ। ਪਿਆਰੇ ਵਿਦਿਆਰਥੀਓ, ਤੁਹਾਨੂੰ ਪਤਾ ਹੈ ਵੀ ਜਿਹੜੀਆਂ ਚਟਾਨਾਂ ਨੇ ਉਹ ਸਾਰੀਆਂ ਸਾਨੂੰ ਮਿਕਸ ਮਿਲਦੀਆਂ ਨੇ, ਭਾਵ ਵੀ ਪਹਾੜਾਂ ਦੇ ਵਿੱਚ ਸਾਨੂੰ ਤਿੰਨੋਂ ਤਰ੍ਹਾਂ ਦੀਆਂ ਚਟਾਨਾਂ ਨੇ ਜਿਹੜੀਆਂ ਉਹ ਕਈ ਵਾਰ ਇਕੱਠੀਆਂ ਵੀ ਮਿਲ ਜਾਂਦੀਆਂ ਨੇ। ਤਾਂ ਕਈ ਵਾਰ ਕੀ ਹੁੰਦਾ ਵੀ ਸਖਤ ਚਟਾਨਾਂ ਦੇ ਵਿਚਕਾਰ ਕੋਈ ਤਹਿਦਾਰ ਚਟਾਨ ਆ ਜਿਹੜੀ ਉਹ ਸਾਨੂੰ ਦਿਖਣ ਨੂੰ ਮਿਲ ਗਈ। ਤਾਂ ਪਾਣੀ ਜਿਹੜਾ ਵਾ ਉਹ ਸਖਤ ਚਟਾਨ ਨੂੰ ਓਨਾ ਜ਼ਿਆਦਾ ਇਫੈਕਟ ਨਹੀਂ ਕਰ ਪਾਉਂਦਾ, ਭਾਵ ਓਨਾ ਜ਼ਿਆਦਾ ਬਦਲ ਨਹੀਂ ਪਾਉਂਦਾ ਜਿੰਨਾ ਜ਼ਿਆਦਾ ਉਹ ਨਰਮ ਚਟਾਨਾਂ ਨੂੰ ਤੋੜਦਾ, ਖੋਰਦਾ ਤੇ ਭੋਰ ਦਿੰਦਾ ਵਾ। ਤਾਂ ਫਿਰ ਨਰਮ ਚਟਾਨਾਂ ਖੁਰ ਜਾਂਦੀਆਂ ਨੇ, ਸਖਤ ਚਟਾਨਾਂ ਉੱਦਾਂ ਦੀਆਂ ਉੱਦਾਂ ਰਹਿ ਜਾਂਦੀਆਂ ਨੇ। ਤੇ ਪਾਣੀ ਆ ਜਿਹੜਾ ਫਿਰ ਸਖਤ ਚਟਾਨਾਂ ਦੇ ਉੱਪਰ ਦੀ ਹੋ ਕੇ ਨੀਵੇਂ ਪਾਸੇ ਗਿਰਦਾ। ਤਾਂ ਇੱਕ ਬੜੀ ਸੋਹਣੀ ਆਕ੍ਰਿਤੀ ਆ ਜਿਹੜੀ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ, ਜਿਹਨੂੰ ਅਸੀਂ ਝਰਨਾ ਕਹਿੰਦੇ ਆ। ਤਾਂ ਪਹਾੜਾਂ ਦੇ ਵਿੱਚ ਬਹੁਤ ਥਾਵਾਂ ਦੇ ਉੱਪਰ ਤੁਸੀਂ ਜਿਹੜੇ ਝਰਨੇ ਆ ਉਹ ਦੇਖੇ ਹੋਣਗੇ। ਚੌਥੇ ਪੁਆਇੰਟ ਦੇ ਵਿੱਚ ਆਪਾਂ ਗੱਲ ਕਰਾਂਗੇ ਉਛਲਕਾਵਾਂ ਤੇ ਚਸ਼ਮੇ। ਹੁਣ ਝਰਨੇ ਤੇ ਚਸ਼ਮੇ ਦੇ ਵਿੱਚ ਕੀ ਫਰਕ ਆ? ਝਰਨੇ ਦਾ ਪਾਣੀ ਆ ਜਿਹੜਾ ਉਹ ਇੱਕ ਵਾਰ ਉਚਾਈ ਤੋਂ ਗਿਰਦਾ, ਤੇ ਚਸ਼ਮੇ ਤੇ ਜਿਹੜੀਆਂ ਉਛਲਕਾਵਾਂ ਦਾ ਜਿਹੜਾ ਪਾਣੀ ਆ ਉਹ ਕਈ ਵਾਰ ਜਿਹੜਾ ਵਾ ਉਹ ਗਿਰਦਾ। ਜਿਵੇਂ ਕਿ ਆਪਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਵੀ ਕਈ ਵਾਰ ਤਹਿਦਾਰ ਜਿਹੜੀਆਂ ਚਟਾਨਾਂ ਨੇ ਉਹਨਾਂ ਦੇ ਵਿੱਚ ਸਖਤ ਚਟਾਨਾਂ ਵੀ ਨੇ, ਨਰਮ ਚਟਾਨਾਂ ਵੀ ਨੇ। ਪਾਣੀ ਨਰਮ ਚਟਾਨਾਂ ਨੂੰ ਕੀ ਕਰਦਾ, ਖੋਰ ਕੇ ਅੱਗੇ ਲੈ ਜਾਂਦਾ, ਤੇ ਸਖਤ ਚਟਾਨਾਂ ਨੇ ਜਿਹੜੀਆਂ ਉਸੇ ਤਰੀਕੇ ਦੇ ਨਾਲ ਰਹਿ ਜਾਂਦੀਆਂ ਨੇ। ਤਾਂ ਫਿਰ ਪਾਣੀ ਆ ਜਿਹੜਾ ਉਹ ਸਖਤ ਚਟਾਨਾਂ ਦੇ ਉੱਪਰ, ਜਿੱਦਾਂ ਸਾਡੇ ਘਰਾਂ ਦੇ ਵਿੱਚ ਪੌੜੀਆਂ ਬਣੀਆਂ ਹੋਈਆਂ ਨੇ, ਤਾਂ ਸੇਮ ਉਹਨਾਂ ਪੌੜੀਆਂ ਵਾਂਗ ਪਾਣੀ ਦੇ ਉੱਪਰ ਦੀ ਚੱਲਦਾ। ਤਾਂ ਪਾਣੀ ਉੱਦਾਂ ਹੀ ਉਛਲਦਾ ਜਿੱਦਾਂ ਹੇਠਲੇ ਪਾਸੇ ਚਟਾਨਾਂ ਹੁੰਦੀਆਂ ਨੇ। ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਇਹਨਾਂ ਨੂੰ ਕਹਿੰਦੇ ਹਾਂ ਅਸੀਂ ਉਛਲਕਾਵਾਂ ਤੇ ਚਸ਼ਮੇ। ਤੇ ਫਿਰ ਪੰਜਵੇਂ ਪੁਆਇੰਟ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਜਲ ਕੁੰਡ ਦੀ। ਪਿਆਰੇ ਵਿਦਿਆਰਥੀਓ, ਪਾਣੀ ਜਦੋਂ ਪਹਾੜੀ ਇਲਾਕਿਆਂ ਦੇ ਸਕਰੇ ਰਸਤਿਆਂ ਦੇ ਵਿੱਚ ਦੀ ਨਿਕਲਦਾ ਤਾਂ ਬਹੁਤ ਵਾਰ ਪਾਣੀ ਸਿੱਧਾ ਚੱਲਣ ਦੇ ਨਾਲ ਨਾਲ ਘੁੰਮਣਾ ਸਟਾਰਟ ਕਰ ਦਿੰਦਾ। ਤਾਂ ਫਿਰ ਵੱਡੇ ਵੱਡੇ ਪੱਥਰਾਂ ਦੇ ਵਿੱਚ ਵੱਡੇ ਵੱਡੇ ਗੋਲ ਚੱਕਰ ਬਣਾ ਦਿੰਦਾ, ਜਿਨ੍ਹਾਂ ਨੂੰ ਅਸੀਂ ਜਲ ਕੁੰਡ ਦਾ ਨਾਮ ਦਿੰਦੇ ਹਾਂ। ਵਿਚਕਾਰਲੇ ਹਿੱਸੇ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਜਦੋਂ ਦਰਿਆ ਪਹਾੜਾਂ ਨੂੰ ਛੱਡ ਕੇ ਮੈਦਾਨਾਂ ਵਾਲੇ ਪਾਸੇ ਆਉਣ ਲੱਗਦਾ ਤਾਂ ਫਿਰ ਪਾਣੀ ਦੀ ਰਫ਼ਤਾਰ ਆ ਜਿਹੜੀ ਉਹ ਘਟ ਜਾਂਦੀ ਹੈ, ਕਿਉਂਕਿ ਰਾਹ ਦਰਿਆ ਦਾ ਵੱਡਾ ਹੋ ਜਾਂਦਾ। ਇਸ ਵੇਲੇ ਆਪਣੇ ਨਾਲ ਲਿਆਂਦੇ ਕੰਕਰ, ਪੱਥਰ, ਮਿੱਟੀ, ਸਾਰੀਆਂ ਚੀਜ਼ਾਂ ਨੂੰ ਦਰਿਆ ਪਹਾੜਾਂ ਦੇ ਪੈਰਾਂ ਦੇ ਨਾਲ ਇੱਕ ਕੋਣ ਦੇ ਰੂਪ ਦੇ ਵਿੱਚ ਜਮ੍ਹਾਂ ਕਰ ਦਿੰਦਾ, ਜਿਹਨੂੰ ਜਲੌੜੀ ਕੋਣ ਕਹਿੰਦੇ ਆ। ਤੇ ਫਿਰ ਅੱਗੇ ਜਦੋਂ ਇਹੀ ਕੋਣ, ਇਹੀ ਮਟੀਰੀਅਲ ਵੱਡੇ ਸਾਰੇ ਖੇਤਰ ਦੇ ਵਿੱਚ ਫੈਲ ਜਾਂਦਾ, ਮਿੱਟੀ ਫੈਲ ਜਾਂਦੀ ਆ, ਤਾਂ ਇਹਨੂੰ ਜਲੌੜੀ ਪੱਖੇ ਦਾ ਨਾਮ ਆ ਜਿਹੜਾ ਉਹ ਦਿੱਤਾ ਜਾਂਦਾ। ਵਿਚਕਾਰਲੇ ਹਿੱਸੇ ਦੇ ਵਿੱਚ ਹੀ ਆਪਾਂ ਤੀਸਰਾ ਪੁਆਇੰਟ ਪੜਾਂਗੇ ਜਲੌੜੀ ਮੈਦਾਨ। ਜਲੌੜੀ ਮੈਦਾਨ ਦਰਿਆ ਦੁਆਰਾ ਲਿਆਂਦੀ ਗਈ ਮਿੱਟੀ, ਰੇਤਾ, ਪਾਣੀ, ਪੱਥਰ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਦੋਂ ਦਰਿਆ ਆਪਣੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਇਹ ਚੀਜ਼ਾਂ ਨੂੰ ਵਿਛਾ ਦਿੰਦਾ ਤਾਂ ਜਲੌੜੀ ਮੈਦਾਨ ਨੇ ਜਿਹੜੇ ਉਹ ਬਣਦੇ ਨੇ। ਪੰਜਾਬ ਦੇ ਮੈਦਾਨ ਜਲੌੜੀ ਮੈਦਾਨ ਨੇ, ਤੁਹਾਨੂੰ ਪਤਾ ਹੈ ਪੰਜਾਬ ਦੀ ਮਿੱਟੀ ਹੈ ਜਿਹੜੀ ਉਹ ਜਲੌੜੀ ਮਿੱਟੀ ਆ। ਫਿਰ ਆਪਾਂ ਅਗਲੀ ਗੱਲ ਕਰਦੇ ਹਾਂ ਕੁਦਰਤੀ ਬੰਨ੍ਹ। ਕੁਦਰਤੀ ਬੰਨ੍ਹ, ਨਦੀ ਹੈ ਜਿਹੜੀ ਉਹ ਕਦੇ ਵੀ ਸਿੱਧੀ ਨਹੀਂ ਚੱਲਦੀ। ਤੁਹਾਨੂੰ ਪਤਾ ਨਦੀ ਹਮੇਸ਼ਾ ਹੀ ਐਸ, ਇੰਗਲਿਸ਼ ਦੇ ਸ਼ਬਦ ਐਸ ਤੇ ਆਪਾਂ ਪੰਜਾਬੀ ਦੇ ਕਹਿੰਦੇ ਹਾਂ ਵੀ ਸੱਪ ਵਾਂਗ ਚੱਲਦੀ ਆ। ਤਾਂ ਨਦੀ ਆਪਣੇ ਰਾਹ ਨੂੰ ਇੱਕ ਪਾਸਿਓਂ ਕੱਢਦੀ ਆ ਤੇ ਦੂਜੇ ਪਾਸੇ ਕਿਨਾਰੇ ਨੂੰ ਮਿੱਟੀ ਲਾਉਂਦੀ ਆ। ਇਸ ਤਰੀਕੇ ਦੇ ਨਾਲ ਨਦੀ ਆਪਣੇ ਆਪ ਕੁਦਰਤੀ ਬੰਨ੍ਹਾਂ ਦਾ ਨਿਰਮਾਣ ਕਰਦੀ ਆ। ਤੇ ਬਹੁਤ ਵਾਰ ਇੱਦਾਂ ਦਾ ਹੁੰਦਾ ਵੀ ਬਰਸਾਤਾਂ ਦੇ ਦਿਨਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਨਦੀਆਂ ਦੇ ਵਿੱਚ ਵੱਧ ਜਾਂਦਾ ਵਾ। ਜਦੋਂ ਪਾਣੀ ਵੱਧਦਾ ਤਾਂ ਨਦੀ ਦਾ ਪਾਣੀ ਨਦੀ ਦੇ ਵਿੱਚੋਂ ਬਾਹਰ ਆ ਜਾਂਦਾ, ਨਦੀ ਦੇ ਵਿਚਲਾ ਗਾਰਾ ਵੀ ਬਾਹਰ ਆ ਜਾਂਦਾ, ਤੇ ਬਹੁਤ ਸਾਰੇ ਨੀਵੇਂ ਇਲਾਕਿਆਂ ਦੇ ਵਿੱਚ ਇਹ ਗਾਰਾ ਜਦੋਂ ਵਿਛ ਜਾਂਦਾ ਤਾਂ ਫਿਰ ਕਿਹੜੇ ਮੈਦਾਨ ਨਵੇਂ ਬਣ ਕੇ ਉੱਭਰਦੇ ਨੇ, ਤਾਂ ਉਹਨਾਂ ਨੂੰ ਅਸੀਂ ਹੜ੍ਹਾਂ ਦੇ ਮੈਦਾਨ ਕਹਿੰਦੇ ਹਾਂ। ਪਿਆਰੇ ਵਿਦਿਆਰਥੀਓ, ਆਖਰੀ ਹਿੱਸੇ ਦੇ ਵਿੱਚ ਆਪਾਂ ਜਲਦੀ ਦੇ ਨਾਲ ਇਹ ਦੇਖਾਂਗੇ ਵੀ ਨਦੀ ਜਦੋਂ ਆਖਰੀ ਹਿੱਸਾ, ਭਾਵ ਜਦੋਂ ਪਹਾੜਾਂ ਤੋਂ ਨਦੀ ਮੈਦਾਨਾਂ ਦੇ ਵਿੱਚ ਆ ਗਈ ਤੇ ਮੈਦਾਨਾਂ ਤੋਂ ਨਦੀ ਹੁਣ ਆਪਣਾ ਜਿਹੜਾ ਰਸਤਾ ਸਮੁੰਦਰ ਦਾ ਉਹ ਖਤਮ ਕਰਨ ਜਾ ਰਹੀ ਹੈ। ਇਸ ਵੇਲੇ ਨਦੀ ਆਪਣਾ ਰਸਤਾ ਇੱਕ ਲੰਬੇ ਸਮੇਂ ਦੇ ਵਿੱਚ ਕਈ ਵਾਰ ਚੇਂਜ ਕਰਦੀ ਆ, ਭਾਵ ਨਦੀ ਜਿਹੜੀ ਸੱਪ ਦੇ ਤਰ੍ਹਾਂ ਚੱਲਦੀ ਆ, ਐਸ ਇੰਗਲਿਸ਼ ਦੇ ਸ਼ਬਦ ਐਸ ਦੇ ਤਰ੍ਹਾਂ ਚੱਲਦੀ ਆ। ਤਾਂ ਕਈ ਵਾਰ ਇੱਦਾਂ ਚੱਲਦੀ ਚੱਲਦੀ ਨਦੀ ਦਾ ਜਿਹੜਾ ਕੁਝ ਹਿੱਸਾ ਇੱਕ ਪਾਸਾ
ਇੱਕ ਹਿੱਸਾ ਸਾਈਡ ਤੇ ਰਹਿ ਜਾਂਦਾ, ਜਿਹਨੂੰ ਅਸੀਂ ਆਕਸਬੋ ਲੇਕ ਵੀ ਕਹਿੰਦੇ ਆ, ਝੀਲ ਵੀ ਕਹਿੰਦੇ ਆ। ਤੇ ਨਦੀ ਜਦੋਂ ਪਾਣੀ ਦੀ ਰਫ਼ਤਾਰ ਦੁਬਾਰਾ ਫਿਰ ਜਦ ਤੇਜ਼ ਹੋ ਜਾਂਦੀ ਆ ਤਾਂ ਨਦੀ ਦੁਬਾਰਾ ਤੋਂ ਫਿਰ ਸਿੱਧੀ ਚੱਲਣਾ ਸਟਾਰਟ ਕਰ ਜਾਂਦੀ ਆ। ਤਾਂ ਐਦਾਂ ਕਈ ਸਾਰੀਆਂ ਝੀਲਾਂ ਨੇ ਜਿਹੜੀਆਂ ਨਦੀਆਂ ਆਪਣੇ ਰਸਤੇ ਦੇ ਵਿੱਚ ਬਣਾਉਂਦੀਆਂ ਨੇ। ਤਾਂ ਇੱਦਾਂ ਦੀਆਂ ਜਿਹੜੀਆਂ ਝੀਲਾਂ ਨੇ ਇਹਨਾਂ ਨੂੰ ਮੀਐਂਡਰਸ ਵੀ ਕਿਹਾ ਜਾਂਦਾ। ਤੇ ਮਿਸਿਸਿਪੀ ਨਦੀ, ਗੰਗਾ ਨਦੀ ਤੇ ਇਟਲੀ ਦੀ ਪੋ ਨਦੀ ਹੈ ਜਿਹੜੀ, ਉਹ ਇੱਦਾਂ ਦੀਆਂ ਜਿਹੜੀਆਂ ਝੀਲਾਂ ਨੇ ਉਹ ਬਣਾਉਂਦੀ ਆ। ਜਦੋਂ ਨਦੀ ਆਪਣੇ ਆਖਰੀ ਗ੍ਰਹਿ ਪਥ 'ਤੇ ਚੱਲ ਰਹੀ ਹੁੰਦੀ ਆ ਤਾਂ ਉਸ ਵੇਲੇ ਨਦੀ ਦੇ ਕਹਿ ਦਿਓ ਵੀ ਵਿੱਚ ਪਾਣੀ ਦੀ ਮਾਤਰਾ ਘਟ ਜਾਂਦੀ ਆ ਤੇ ਗਾਰਾ ਪੱਥਰ ਜਾਂ ਕਹਿ ਦਿਓ ਵੀ ਰੇਤੇ ਦੀ ਮਾਤਰਾ ਜਿਹੜੀ ਆ, ਮਿੱਟੀ ਦੀ ਮਾਤਰਾ ਉਹ ਵੱਧ ਜਾਂਦੀ ਆ। ਤਾਂ ਇਸ ਵੇਲੇ ਨਦੀ ਆਪਣੇ ਰਸਤੇ ਨੂੰ ਆਪ ਹੀ ਜਿਹੜਾ ਵਾ ਉਹ ਬਲੌਕ ਕਰਨ ਲੱਗ ਜਾਂਦੀ ਆ। ਜਿਹੜੀ ਮਿੱਟੀ ਆ ਉਹ ਨਦੀ ਦੇ ਰਾਹ ਦੇ ਵਿੱਚ ਜੰਮਣੀ ਸਟਾਰਟ ਹੋ ਜਾਂਦੀ ਆ ਤੇ ਨਦੀ ਫਿਰ ਛੋਟੀਆਂ-ਛੋਟੀਆਂ ਖਾਲੀਆਂ ਦੇ ਰੂਪ ਦੇ ਵਿੱਚ ਵਗਣਾ ਸਟਾਰਟ ਕਰਦੀ ਆ। ਪਿਆਰੇ ਵਿਦਿਆਰਥੀਓ, ਤੁਸੀਂ ਬਹੁਤ ਵਾਰ ਜਦੋਂ ਸਤਲੁਜ ਦਰਿਆ ਜਾਂ ਬਿਆਸ ਦਰਿਆ ਦੇ ਪੁਲ ਦੇ ਉੱਪਰੋਂ ਦੀ ਗੁਜ਼ਰਦੇ ਹੋ, ਬਾਈ ਬੱਸ ਜਾਂ ਕਿੱਦਾਂ ਵੀ ਵਹੀਕਲ ਦੇ ਉੱਪਰ ਗੁਜ਼ਰਦੇ ਹੋ, ਤਾਂ ਤੁਸੀਂ ਦੇਖਦੇ ਹੋ ਵੀ ਕਦੇ ਵੀ ਦਰਿਆ ਪੂਰਾ ਭਰ ਕੇ ਨਹੀਂ ਚੱਲਦਾ। ਭਾਵ ਵੀ ਜਿਹੜਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਤਾਂ ਦਰਿਆ ਹੋ ਸਕਦਾ ਵੀ ਪੂਰਾ ਭਰ ਕੇ ਚੱਲਦਾ ਹੋਵੇ, ਪਰ ਨੋਰਮਲ ਦਿਨਾਂ ਦੇ ਵਿੱਚ ਰੇਤਾ, ਮਿੱਟੀ ਬਹੁਤ ਸਾਰੇ ਤੇ ਵਿੱਚ ਪਾਣੀ ਹੈ ਜਿਹੜਾ ਇੱਦਾਂ ਛੋਟੀਆਂ-ਛੋਟੀਆਂ ਖਾਲੀਆਂ ਦੇ ਰੂਪ ਦੇ ਵਿੱਚ ਹੈ ਜਿਹੜਾ ਉਹ ਚੱਲ ਰਿਹਾ ਹੁੰਦਾ। ਇਸ ਕ੍ਰਿਤੀ ਨੂੰ ਬ੍ਰੈਡਡ ਕਹਿੰਦੇ ਆ। ਦਰਿਆ ਦੀ ਰਫ਼ਤਾਰ ਘੱਟ ਹੋਣ ਕਰਕੇ ਸਾਰੇ ਦਾ ਸਾਰਾ ਜਿਹੜਾ ਮਟੀਰੀਅਲ ਆ ਉਹ ਆਪਣੇ ਰਸਤੇ ਦੇ ਵਿੱਚ ਹੀ ਦਰਿਆ ਜਿਹੜਾ ਵਾ ਉਹ ਜਮਾਉਣਾ ਸ਼ੁਰੂ ਕਰ ਦਿੰਦਾ ਤੇ ਪਾਣੀ ਆ ਫਿਰ ਛੋਟੀਆਂ-ਛੋਟੀਆਂ ਖਾਲੀਆਂ ਦੇ ਰੂਪ ਦੇ ਵਿੱਚ ਚੱਲਣ ਲੱਗ ਜਾਂਦਾ। ਇੱਥੇ ਹੀ ਕੁਝ ਰੇਤ ਦੇ ਟਾਪੂ ਵੀ ਸਾਨੂੰ ਦੇਖਣ ਨੂੰ ਮਿਲਦੇ ਆ। ਤਾਂ ਜਿਹੜੇ ਦਰਿਆ ਨੇ ਉਹਨਾਂ ਦੇ ਵਿੱਚ ਰੇਤੇ ਦੇ ਛੋਟੇ-ਛੋਟੇ ਜਿਹੜੇ ਟਾਪੂ ਨੇ ਉਹ ਵੀ ਸਾਨੂੰ ਦੇਖਣ ਨੂੰ ਆਸਾਨੀ ਦੇ ਨਾਲ ਮਿਲ ਜਾਂਦੇ ਆ। ਤੇ ਆਖਰੀ ਹਿੱਸੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਆਕ੍ਰਿਤੀ ਸਾਨੂੰ ਦੇਖਣ ਨੂੰ ਮਿਲਦੀ ਆ ਉਹ ਹੈਗੀ ਆ ਡੈਲਟਾ। ਡੈਲਟਾ ਜਿਹੜਾ ਸ਼ਬਦ ਆ ਉਹ ਯੂਨਾਨੀ ਇਤਿਹਾਸਕਾਰ ਹੈਰੋਡੋਟਸ ਨੇ ਨੀਲ ਨਦੀ ਦੇ ਡੈਲਟੇ ਦੇ ਅਧਿਐਨ ਵੇਲੇ ਇਹਨੂੰ ਇਜਾਦ ਕੀਤਾ ਸੀਗਾ। ਡੈਲਟਾ ਕਿਸ ਤਰੀਕੇ ਦੇ ਨਾਲ ਨਦੀ ਹੈ ਜਿਹੜੀ ਬਣਾਉਂਦੀ ਆ ਉਹਦੇ ਬਾਰੇ ਆਪਾਂ ਹੁਣ ਸਮਝਾਂਗੇ। ਆਪਾਂ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਆ ਵੀ ਨਦੀ ਹੈ ਜਿਹੜੀ ਜਦੋਂ ਪਹਾੜਾਂ ਤੋਂ ਚੱਲਦੀ ਆ ਉਸ ਵੇਲੇ ਤੋਂ ਲੈ ਕੇ ਆਪਣਾ ਸਮੁੰਦਰ ਤੱਕ ਪਹੁੰਚਣ ਤੱਕ ਆਪਣੇ ਨਾਲ ਜਿੰਨੀ ਵੀ ਰੇਤਾ, ਮਿੱਟੀ, ਜਿੰਨੀਆਂ ਵੀ ਚੀਜ਼ਾਂ ਨਾਲ ਲਿਜਾ ਰਹੀ ਆ ਉਹਨਾਂ ਨੂੰ ਨਾਲ ਲਿਜਾ ਕੇ ਪਾਣੀ ਦੇ ਪ੍ਰੈਸ਼ਰ ਦੇ ਨਾਲ ਕੋਸ਼ਿਸ਼ ਹੁੰਦੀ ਆ ਵੀ ਇਹਨੂੰ ਸਮੁੰਦਰ ਦੇ ਵਿੱਚ ਲੈ ਜਾਵੇ। ਪਰ ਜਿਵੇਂ ਸਮੁੰਦਰ ਦੇ ਨੇੜੇ ਨਦੀ ਪਹੁੰਚਦੀ ਆ ਤਾਂ ਫਿਰ ਇਹਨਾਂ ਮਟੀਰੀਅਲ ਦਾ ਜਿਹੜੀ ਮਾਤਰਾ ਵਾ ਉਹ ਵੱਧ ਜਾਂਦੀ ਆ, ਪਾਣੀ ਦੀ ਮਾਤਰਾ ਘਟ ਜਾਂਦੀ ਆ ਤੇ ਇਹ ਸਾਰੇ ਦਾ ਸਾਰਾ ਆਪਣੀ ਰਸਤੇ ਦੇ ਵਿੱਚ ਜਿਹੜਾ ਵਾ ਉਹ ਜਮ੍ਹਾਂ ਹੋਣ ਲੱਗ ਜਾਂਦਾ ਵਾ। ਤਾਂ ਫਿਰ ਜਦੋਂ ਨਦੀ ਆਪਣੇ ਰਸਤੇ ਦੇ ਵਿੱਚ ਹੀ ਮਿੱਟੀ, ਰੇਤਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਵਿਛਾਉਣ ਲੱਗ ਜਾਂਦੀ ਆ ਤਾਂ ਫਿਰ ਨਦੀ ਆਪਣਾ ਹੀ ਰਸਤਾ ਵਾ ਜਿਹੜਾ, ਆਪਣਾ ਹੀ ਰਾਹ ਵਾ ਜਿਹੜਾ ਉਹਨੂੰ ਬੰਦ ਕਰ ਲੈਂਦੀ ਆ। ਤਾਂ ਹੁਣ ਮਗਰਲੇ ਪਾਸਿਓਂ ਜਾਂ ਕਹਿ ਦਿਓ ਵੀ ਪਹਾੜਾਂ ਵਾਲੇ ਪਾਸਿਓਂ ਨਦੀ ਇੱਕ ਧਾਰਾ ਦੇ ਰੂਪ 'ਚ ਆ ਰਹੀ ਆ, ਪਰ ਜਦੋਂ ਸਮੁੰਦਰ ਦੇ ਵਿੱਚ ਨਦੀ ਦਾ ਪਾਣੀ ਗਿਰਦਾ ਤਾਂ ਇੱਕ ਧਾਰਾ ਦੇ ਰੂਪ 'ਚ ਨਹੀਂ, ਕਿੰਨੀਆਂ ਹੀ ਅੱਡ-ਅੱਡ ਖਾਲੀਆਂ ਜਾਂ ਕਿੰਨੀਆਂ ਹੀ ਅੱਡ-ਅੱਡ ਨਾਲੀਆਂ ਦੇ ਰੂਪ ਦੇ ਵਿੱਚ ਪਾਣੀ ਹੈ ਜਿਹੜਾ ਉਹ ਸਮੁੰਦਰ ਦੇ ਵਿੱਚ ਗਿਰਨ ਲੱਗ ਜਾਂਦਾ ਵਾ। ਤਾਂ ਇਸ ਆਕ੍ਰਿਤੀ ਨੂੰ ਡੈਲਟਾ ਕਹਿੰਦੇ ਆ। ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਗੰਗਾ ਨਦੀ ਬਣਾਉਂਦੀ ਆ। ਤੁਹਾਨੂੰ ਪਤਾ ਹੈ ਵੀ ਗੰਗਾ ਨਦੀ ਦਾ ਜਿਹੜਾ ਬ੍ਰਹਮਪੁੱਤਰ ਡੈਲਟਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਵਾ ਉਹ ਜਾਣਿਆ ਜਾਂਦਾ। ਹੁਣ ਡੈਲਟਾ ਵਾ ਜਿਹੜਾ ਉਹ ਕੀ ਸਾਰੀਆਂ ਨਦੀਆਂ ਡੈਲਟਾ ਬਣਾਉਂਦੀਆਂ ਨੇ? ਨਹੀਂ, ਸਾਰੀਆਂ ਨਦੀਆਂ ਡੈਲਟਾ ਨਹੀਂ ਬਣਾਉਂਦੀਆਂ। ਜਿੱਦਾਂ ਸਾਡੇ ਭਾਰਤ ਦੀਆਂ ਜਿਹੜੀਆਂ ਬਹੁਤ ਸਾਰੀਆਂ ਨਦੀਆਂ ਨੇ ਜਿਹੜੀਆਂ ਉਹ ਡੈਲਟਾ ਨਹੀਂ ਬਣਾਉਂਦੀਆਂ। ਡੈਲਟਾ ਬਣਾਉਣ ਦੇ ਲਈ ਕਿਹੜੀਆਂ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ? ਨਦੀ ਦਾ ਜਿਹੜਾ ਨਦੀ ਜਦੋਂ ਪਹਾੜਾਂ ਤੋਂ ਆ ਰਹੀ ਆ ਤਾਂ ਉਹਦੀ ਪਾਣੀ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਚਾਹੀਦੀ ਆ। ਉਹਦੇ ਵਿੱਚ ਮਿੱਟੀ, ਰੇਤਾ, ਪੱਥਰ ਦੀ ਮਾਤਰਾ ਵੀ ਬਹੁਤ ਜ਼ਿਆਦਾ ਚਾਹੀਦੀ ਆ। ਤੇ ਦੂਸਰਾ, ਨਦੀ ਦੇ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਝੀਲ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਜੇਕਰ ਝੀਲ ਹੋਊਗੀ ਤਾਂ ਨਦੀ ਆਪਣਾ ਸਾਰਾ ਮਟੀਰੀਅਲ ਉਸ ਝੀਲ ਦੇ ਵਿੱਚ ਡਿਪੋਜ਼ਿਟ ਕਰ ਦੂਗੀ। ਨਦੀ ਦਾ ਜਿਹੜਾ ਰਸਤਾ ਵਾ ਉਹ ਜਿਹੜਾ ਵਾ ਲੰਬਾ ਹੋਣਾ ਚਾਹੀਦਾ ਵਾ। ਨਦੀ ਦੇ ਆਖਰੀ ਜਿਹੜਾ ਸਮੁੰਦਰ ਦੇ ਕੋਲ ਆ ਕੇ ਜਿਹੜੀ ਢਲਾਣ ਆ ਉਹ ਤਿੱਖੀ ਨਹੀਂ ਚਾਹੀਦੀ, ਸਧਾਰਨ ਚਾਹੀਦੀ ਆ। ਜੇਕਰ ਸਧਾਰਨ ਢਲਾਣ ਹੋਊਗੀ ਤਾਂਹੀਓ ਨਦੀ ਡੈਲਟਾ ਬਣਾਊਗੀ। ਜੇਕਰ ਤਿੱਖੀ ਢਲਾਣ ਹੋਊਗੀ ਤਾਂ ਪਾਣੀ ਦੀ ਰਫ਼ਤਾਰ ਤੇਜ਼ ਹੋ ਜਾਣੀ ਆ ਤਾਂ ਸਾਰੀ ਦੀ ਸਾਰੀ ਮਿੱਟੀ, ਰੇਤਾ, ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਮੁੰਦਰ ਦੇ ਵਿੱਚ ਚਲੇ ਜਾਣਗੀਆਂ। ਤਾਂ ਜਿਹੜਾ ਡੈਲਟਾ
ਉਹ ਨਦੀ ਆਪਣੇ ਰਸਤੇ ਦੇ ਵਿੱਚ ਸਮੁੰਦਰ ਵਾਲੇ ਪਾਸੇ ਨੂੰ, ਸਮੁੰਦਰ ਦੇ ਨੇੜੇ ਜਾ ਕੇ ਬਣਾਉਂਦੀ ਆ। ਤਾਂ ਨਦੀ ਆਪਣੀ ਰਸਤਾ ਰਾਹ ਬੰਦ ਕਰ ਲੈਂਦੀ ਆ ਤੇ ਨਦੀ ਅੱਗੇ ਫਿਰ ਛੋਟੀਆਂ-ਛੋਟੀਆਂ ਖਾਲੀਆਂ ਦੇ ਰੂਪ ਦੇ ਵਿੱਚ ਆਪਣਾ ਜਿਹੜਾ ਪਾਣੀ ਆ ਉਹ ਸਮੁੰਦਰ ਤੱਕ ਪਹੁੰਚਾਉਂਦੀ ਆ। ਤਾਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਭਾਰਤ ਦੇ ਜਿਹੜੇ ਪੱਛਮੀ ਤੱਟ ਦੀਆਂ ਜਿੰਨੀਆਂ ਵੀ ਸਾਡੀਆਂ ਨਦੀਆਂ ਨੇ ਉਹਨਾਂ ਦੇ ਉੱਪਰ ਜ਼ਿਆਦਾਤਰ ਜਿਹੜੀਆਂ ਨਦੀਆਂ ਨੇ ਉਹ ਡੈਲਟਾ ਨੇ ਜਿਹੜੀਆਂ ਉਹ ਨਹੀਂ ਬਣਾਉਂਦੀਆਂ। ਤੇ ਹੁਣ ਅਸੀਂ ਇੱਕ ਵਾਰ ਦੇਖਾਂਗੇ ਡੈਲਟੇ ਦੀਆਂ ਕਿਸਮਾਂ। ਪਿਆਰੇ ਵਿਦਿਆਰਥੀਓ, ਡੈਲਟਾ ਤੁਸੀਂ ਬੜੇ ਚੰਗੇ ਤਰੀਕੇ ਦੇ ਨਾਲ ਸਮਝ ਚੁੱਕੇ ਹੋ ਵੀ ਡੈਲਟਾ ਕੀ ਹੁੰਦਾ। ਡੈਲਟਾ ਨਦੀ ਜਦੋਂ ਆਪਣੇ ਨਾਲ ਲਿਆਂਦੇ ਸਾਰੇ ਦੇ ਸਾਰੇ ਮਟੀਰੀਅਲ ਨੂੰ ਆਪਣੀ ਰਸਤੇ ਦੇ ਵਿੱਚ ਜਮ੍ਹਾਂ ਕਰ ਦਿੰਦੀ ਆ ਤਾਂ ਬਹੁਤ ਸਾਰੀਆਂ ਦੁਨੀਆ ਦੀਆਂ ਨਦੀਆਂ ਜਿਹੜੀਆਂ ਨੇ ਉਹ ਡੈਲਟਾ ਬਣਾਉਂਦੀਆਂ ਨੇ। ਇਹਨਾਂ ਦੇ ਵਿੱਚ ਅਸਟਰਾਈਨ ਜਵਾਰਮੁਖੀ ਡੈਲਟਾ, ਰਾਈਨ ਨਦੀ ਦਾ ਡੈਲਟਾ, ਐਮਾਜ਼ਨ ਨਦੀ ਦਾ ਡੈਲਟਾ। ਇਹ ਡੈਲਟਾ ਕਿਹੜਾ ਵਾ? ਇਹ ਹੈਗਾ ਚਾਪਕਾਰ, ਇਹ ਪੱਖੇ ਵਰਗਾ ਡੈਲਟਾ ਹੁੰਦਾ। ਤੇ ਫਿਰ ਇਸ ਤੋਂ ਬਿਨਾਂ ਅਫਰੀਕਾ ਦਾ ਨੀਲ ਤੇ ਨਾਈਜਰ ਦਰਿਆ, ਇਹ ਨੋਕਦਾਰ ਡੈਲਟਾ ਬਣਾਉਂਦਾ। ਨੋਕਦਾਰ ਡੈਲਟਾ ਤੁਸੀਂ ਇਸ ਸਾਈਡ ਦੇਖ ਰਹੇ ਹੋ ਵੀ ਇੱਕ ਦੰਦ ਵਰਗਾ ਤਿੱਖਾ ਡੈਲਟਾ ਵਾ ਜਿਹੜਾ ਉਹ ਉੱਦਾਂ ਦਾ ਬਣਦਾ। ਫਿਰ ਐਬਰੋ ਤੇ ਟਿੱਬਰ ਦਰਿਆਵਾਂ ਦਾ ਡੈਲਟਾ ਤੇ ਪੰਛੀ ਦੇ ਪੰਜੇ ਵਰਗਾ ਡੈਲਟਾ। ਪੰਛੀ ਦੇ ਜਿਹੜਾ ਪੰਜਾ ਭਾਵ ਵੀ ਨਦੀ ਹੈ ਜਿਹੜੀ ਉਹ ਅੱਗੇ ਕਈ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਆ ਤੇ ਸਾਨੂੰ ਦੇਖਣ ਨੂੰ ਇੱਦਾਂ ਲੱਗਦਾ ਜਿੱਦਾਂ ਇੱਕ ਕਿਸੇ ਪੰਛੀ ਨੇ ਆਪਣਾ ਜਿਹੜਾ ਪੈਰ ਆ ਉਹ ਸਮੁੰਦਰ ਵਾਲੇ ਪਾਸੇ ਵੱਲ ਨੂੰ ਰੱਖਿਆ ਹੋਇਆ ਵਾ ਤੇ ਉਹਦੇ ਨੌਹਾਂ ਜਾਂ ਕਹਿ ਦਿਓ ਵੀ ਉਹਦੇ ਜਿਹੜੇ ਉਸ ਤਰੀਕੇ ਦੇ ਨਾਲ ਜਿਹੜਾ ਪਾਣੀ ਆ ਉਹ ਸਮੁੰਦਰ ਵੱਲ ਨੂੰ ਕੀ ਕਰ ਰਿਹਾ ਵਾ, ਗਿਰ ਰਿਹਾ। ਤੇ ਇਹਦੀ ਸਭ ਤੋਂ ਵਧੀਆ ਜਿਹੜੀ ਉਦਾਹਰਣ ਅਮਰੀਕਾ ਦੇ ਮਿਸੀਸਿਪੀ ਦਰਿਆ ਦਾ ਡੈਲਟਾ ਵਾ ਜਿਹੜਾ ਉਹ, ਇਹ ਸਭ ਤੋਂ ਵਧੀਆ ਉਦਾਹਰਣ ਨੇ। ਤਾਂ ਅੱਜ ਦੇ ਇਸ ਪੂਰੇ ਦੇ ਪੂਰੇ ਲਾਈਵ ਲੈਕਚਰ ਦੇ ਵਿੱਚ ਅਸੀਂ ਦਰਿਆ ਦੁਆਰਾ ਅਨਾਵਰਤੀਕਰਨ ਦੇ ਕਾਰਜਾਂ ਨੂੰ ਅਸੀਂ ਬੜੇ ਡਿਟੇਲ ਦੇ ਵਿੱਚ ਧਿਆਨ ਦੇ ਨਾਲ ਅਸੀਂ ਸਮਝਿਆ ਤੇ ਅਸੀਂ ਇਹ ਵੀ ਦੇਖਿਆ ਵੀ ਦਰਿਆ ਆਪਣੀ ਯੁਵਾ ਅਵਸਥਾ ਦੇ ਵਿੱਚ ਅਪਰਦਨ ਦੀ ਕਿਰਿਆ ਸਭ ਤੋਂ ਜ਼ਿਆਦਾ ਕਰ ਰਿਹਾ। ਉਸ ਤੋਂ ਬਾਅਦ ਮੈਦਾਨੀ ਇਲਾਕਿਆਂ ਦੇ ਵਿੱਚ ਲਿਆ ਕੇ ਫਿਰ ਉਸ ਤੋਂ ਬਾਅਦ ਜਿਹੜਾ ਸਮੁੰਦਰ ਦੇ ਨੇੜੇ ਆ ਕੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੀਆਂ ਭੂ ਆਕ੍ਰਿਤੀਆਂ ਜਿਹੜੀਆਂ ਦਰਿਆ ਨੇ ਬਣਾਈਆਂ। ਤੇ ਇਸੇ ਲੜੀ ਤਹਿਤ ਅਸੀਂ ਅਗਲੇ ਲੈਕਚਰ ਦੇ ਵਿੱਚ ਕਿਸੇ ਹੋਰ ਜਿਹੜੇ ਕਾਰਜ ਬਾਰੇ ਪੜ੍ਹਾਂਗੇ। ਧੰਨਵਾਦ।